ਸਮੂਹ ਦਰਸ਼ਕਾਂ ਦਾ ਆਵਾਜ਼ੇ ਪੰਜਾਬ ਪ੍ਰੋਗਰਾਮ 'ਚ ਚੈਨਲ ਪੰਜਾਬੀ ਗਲੋਬਲ ਪੰਜਾਬ 'ਤੇ ਸਵਾਗਤ ਹੈ। ਲੋਕ ਕਵੀ ਸੰਤ ਰਾਮ ਉਦਾਸੀ, ਅਸੀਂ ਜਦੋਂ ਵੀ ਉਹਨਾਂ ਦੇ ਨਾਲ ਸੰਬੰਧ ਦਿਹਾੜਾ ਆਉਂਦਾ ਹੈ, ਕੋਸ਼ਿਸ਼ ਕਰਦੇ ਹਾਂ ਕਿ ਅੱਜ ਦੇ ਸਮੇਂ ਉਹਨਾਂ ਦੀ ਰਚਨਾ ਦੀ ਪ੍ਰਸੰਗਿਕਤਾ ਬਾਰੇ ਗੱਲਬਾਤ ਕਰੀਏ ਅਤੇ ਜੋ ਲੋਕਾਂ ਦੇ ਵਾਸਤੇ ਅਜਿਹੇ ਸ਼ਾਇਰ ਨੇ ਲਿਖਿਆ ਜਾਂ ਸਾਹਿਤਕਾਰ ਤੋਂ ਇਲਾਵਾ ਇੱਕ ਐਕਟਿਵਿਸਟ ਦੇ ਤੌਰ 'ਤੇ ਉਹਨਾਂ ਨੇ ਭੂਮਿਕਾ ਨਿਭਾਈ ਹੈ, ਉਸ 'ਤੇ ਵਿਚਾਰਕ ਹੋਵੇ। ਕਿਉਂਕਿ ਅੱਜ ਦਾ ਦੌਰ ਜੋ ਫਾਸ਼ੀਵਾਦ ਦਾ ਦੌਰ ਹੈ, ਇਸ ਵਿੱਚ ਇਸ ਦੀ ਮਹੱਤਤਾ ਹੋਰ ਵੀ ਵੱਧ ਜਾਂਦੀ ਹੈ, ਕਿਉਂਕਿ ਆਲੇ ਦੁਆਲੇ ਜਦੋਂ ਅਸੀਂ ਦੇਖਦੇ ਹਾਂ ਅੱਜ ਲੇਖਕ ਜਾਂ ਕਈ ਤਰ੍ਹਾਂ ਦੇ ਬੁੱਧੀਜੀਵੀ ਚਿੰਤਕ ਜੇਲ੍ਹਾਂ 'ਚ ਬੰਦ ਨੇ ਅਤੇ ਸਰਗਰਮੀ ਦੇ ਨਾਲ ਉਹ ਆਪਣੀਆਂ ਰਚਨਾਵਾਂ ਦੀ ਸਾਂਝ ਪਾ ਰਹੇ ਨੇ। ਦੂਸਰੇ ਜਿਹੜੇ ਬਾਹਰ ਨੇ, ਜਿਨ੍ਹਾਂ 'ਚ ਚਾਹੇ ਉਹ ਕਲਾ ਖੇਤਰ ਨਾਲ ਡਾਇਰੈਕਟਰਸ ਨੇ, ਪ੍ਰੋਡਿਊਸਰ ਨੇ, ਫਿਲਮਾਂ ਦੇ ਨਾਲ ਵੀ ਜੁੜੇ ਹੋਏ ਨੇ, ਉਹ ਇੱਕ ਖਾਸ ਕਿਸਮ ਦਾ ਫਾਸ਼ੀਵਾਦ ਜਿਹੜਾ ਫੈਲਾ ਰਹੇ ਨੇ। ਜਿਵੇਂ ਕਿ ਪਿਛਲੇ ਦਿਨਾਂ 'ਚ ਅਗਨੀਹੋਤਰੀ ਨਾਂ ਦੇ ਇੱਕ ਡਾਇਰੈਕਟਰ ਦੇ ਵੱਲੋਂ ਕਸ਼ਮੀਰ ਫਾਈਲਸ ਫਿਲਮ ਬਣਾਈ ਗਈ। ਹੁਣ ਜੈਨੋਸਾਈਡ 1984 ਦੇ ਬਾਰੇ ਉਹ ਇੱਕ ਆਪਣੇ ਐਂਗਲ ਤੋਂ ਫਿਲਮ ਬਣਾ ਰਿਹਾ ਹੈ ਅਤੇ ਉਸ ਨੇ ਅਰਬਨ ਨਕਸਲੀ ਯਾਨੀ ਕਿ ਸ਼ਹਿਰੀ ਨਕਸਲੀ ਇੱਕ ਸ਼ਬਦ ਘੜਿਆ। ਜੇ ਅੱਜ ਸੰਤ ਰਾਮ ਉਦਾਸੀ ਦੀ ਗੱਲ ਕਰਦੇ ਹਾਂ ਤਾਂ ਇਹ ਸ਼ਬਦ ਹੂ ਬਹੂ ਜਿਹੜਾ ਪੈਮਾਨਾ ਅਗਨੀਹੋਤਰੀ ਨੇ ਰੱਖਿਆ, ਉਸ ਅਗਨੀਹੋਤਰੀ ਦੇ ਪੈਮਾਨੇ ਦੇ ਅਨੁਸਾਰ ਸੰਤ ਰਾਮ ਉਦਾਸੀ ਵੀ ਸ਼ਹਿਰੀ ਨਕਸਲੀ ਕਹੇ ਜਾ ਸਕਦੇ ਨੇ। ਜਾਂ ਇਸ ਤਰ੍ਹਾਂ ਦੇ ਉਹ ਲੋਕ ਜਿਹੜੇ ਐਕਟਿਵਿਸਟ ਨੇ, ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਹਾਸ਼ੀਏਗ੍ਰਸਤ ਕਰਨ ਲਈ ਜਾਂ ਉਹਨਾਂ 'ਤੇ ਹਮਲਾਵਰ ਰੁਖ ਅਖਤਿਆਰ ਕਰਨ ਲਈ ਇਹ ਕੁਝ ਕੀਤਾ ਜਾ ਰਿਹਾ, ਜਿਹਦੇ 'ਚ ਬਾਲੀਵੁੱਡ ਵੀ ਇਨਵੋਲਵ ਹੈ। ਬਹੁਤ ਸਾਰੇ ਲੇਖਕ ਵੀ ਐਸੇ ਨੇ, ਮੀਡੀਆ ਦਾ ਬਹੁਤ ਹਿੱਸਾ ਜਿਹੜਾ ਹੈ ਪੀਲੀ ਪੱਤਰਕਾਰੀ ਦਾ ਜਾਂ ਸਰਕਾਰੀ ਧਿਰ ਬਣ ਕੇ ਭੁਗਤਣ ਵਾਲੇ ਉਹ ਵੀ ਨੇ। ਸੋ ਇੱਕ ਪਾਸੇ ਸੰਤ ਰਾਮ ਉਦਾਸੀ ਜਿਨ੍ਹਾਂ ਨੇ ਇਹ ਕਿਹਾ ਸੀ, ਮੇਰੀ ਮੌਤ 'ਤੇ ਨਾ ਰੋਇਓ, ਮੇਰੀ ਸੋਚ ਨੂੰ ਬਚਾਇਓ, ਮੇਰੇ ਲਹੂ ਦਾ ਕੇਸਰ ਰੇਤੇ 'ਚ ਨਾ ਰੁਲਾਇਓ। ਇਹ ਗੱਲ ਉਹਨਾਂ ਨੇ ਕਹੀ ਅਤੇ ਉਸ ਵੇਲੇ ਉਹਨਾਂ ਨੇ ਇਸ ਗੱਲ ਦਾ ਜਿਹੜਾ ਜਿਸ ਤਰ੍ਹਾਂ ਖਮਿਆਜ਼ਾ ਵੀ ਭੁਗਤਿਆ, ਜੋ ਤਸ਼ੱਦਦ ਹੋਇਆ, ਜਿਸ ਤਰ੍ਹਾਂ ਕੁੱਟਮਾਰ ਹੋਈ, ਨਿਗਾਹ ਜਾਂਦੀ ਰਹੀ, ਸਰੀਰ ਨਕਾਰਾ ਹੋ ਗਿਆ ਅਤੇ ਅੰਤ 1985 ਨੂੰ ਉਹ ਸਦੀਵੀ ਵਿਛੋੜਾ ਦੇ ਗਏ। ਉਹਨਾਂ ਦੇ ਜੀਵਨ ਬਾਰੇ ਗੱਲਬਾਤ ਕਰਨ ਲਈ ਅਤੇ ਮੌਜੂਦਾ ਫਾਸ਼ੀਵਾਦੀ ਜਿਹੜੇ ਅਗਨੀਹੋਤਰੀ ਵਰਗੇ ਲੋਕ ਨੇ, ਇਹਨਾਂ ਦੇ ਬਾਰੇ ਗੱਲਬਾਤ ਕਰਨ ਲਈ ਵਿਸ਼ੇਸ਼ ਮਹਿਮਾਨ ਨੇ ਸਾਡੇ ਨਾਲ ਅੱਜ ਸ਼ਾਮਲ, ਗੁਰਪ੍ਰੀਤ ਸਿੰਘ ਜੀ ਜਿਹੜੇ ਗੱਲਬਾਤ ਕਰਨਗੇ। ਜੀ ਆਇਆਂ ਨੂੰ ਗੁਰਪ੍ਰੀਤ ਸਿੰਘ ਜੀ, ਸਵਾਗਤ ਹੈ ਤੁਹਾਡਾ। ਗੁਰਜੀਤ ਸਿੰਘ ਜੀ, ਬਹੁਤ ਸ਼ੁਕਰੀਆ ਮੰਚ ਮੁਹੱਈਆ ਕਰਨ ਲਈ। ਤੁਹਾਨੂੰ ਅਤੇ ਤੁਹਾਡੇ ਦਰਸ਼ਕਾਂ ਨੂੰ ਸੰਤ ਰਾਮ ਉਦਾਸੀ ਦੇ ਜਨਮ ਦਿਨ ਦੀ ਢੇਰ ਸਾਰੀ ਮੁਬਾਰਕਬਾਦ। ਤੁਸੀਂ ਤਾਂ ਬਹੁਤ ਚਿਰ ਤੋਂ ਸੰਤ ਰਾਮ ਉਦਾਸੀ ਦੀ ਵਿਰਾਸਤ ਨੂੰ ਲੈ ਕੇ ਰੇਡੀਓ ਦੇ ਮੰਚ ਤੋਂ ਅਤੇ ਹੋਰ ਨਾ ਕਈ ਜਿਹੜੇ ਮੀਡੀਆ ਸੰਸਥਾਵਾਂ ਨਾਲ ਜੁੜੇ ਕੰਮ ਕੀਤਾ, ਉਹਨਾਂ ਦਾ ਸੁਨੇਹਾ ਲੈ ਕੇ ਲੋਕਾਂ ਤੱਕ ਪਹੁੰਚੇ ਹੋ। ਹਮੇਸ਼ਾ ਹੀ ਤੁਸੀਂ ਹੋਕਾ ਦਿੱਤਾ। ਸੰਤ ਰਾਮ ਉਦਾਸੀ ਦੀ ਸੋਚ ਨੂੰ ਜਿਉਂਦਾ ਰੱਖਣ ਦੀ ਕੋਸ਼ਿਸ਼ਾਂ ਲਗਾਤਾਰ ਤੁਸੀਂ ਕੀਤੀਆਂ ਨੇ, ਵਧਾਈ ਦੇ ਪਾਤਰ ਤੁਸੀਂ। ਬਹੁਤ ਸ਼ੁਕਰੀਆ ਜੀ, ਤੁਹਾਡੇ ਸ਼ਬਦਾਂ ਲਈ ਤਹਿ ਦਿਲੋਂ ਧੰਨਵਾਦ ਗੁਰਪ੍ਰੀਤ ਸਿੰਘ ਜੀ। ਹੁਣ ਵੀ ਜਦੋਂ ਅਸੀਂ ਉਦਾਸੀ ਹੋਰਾਂ ਦੇ ਜਨਮ ਦਿਨ ਦੀ ਗੱਲ ਕਰਦੇ ਹਾਂ, ਉਹਨਾਂ ਦੇ ਜੀਵਨ ਸਫ਼ਰ ਜਾਂ ਉਹਨਾਂ ਦੇ ਸੰਘਰਸ਼ ਦੀ ਅੱਜ ਦੇ ਸਮੇਂ 'ਚ ਉਹਦੀ ਬੜੀ ਮਹੱਤਤਾ ਹੈ। ਸੋ ਮੈਂ ਪਹਿਲਾਂ ਗੁਜ਼ਾਰਿਸ਼ ਕਰਾਂਗਾ ਕਿ ਥੋੜ੍ਹਾ ਉਹਨਾਂ ਦੀ ਜੀਵਨੀ ਬਾਰੇ ਇੱਕ ਰੌਸ਼ਨੀ ਜਿਹੜੀ ਹੈ ਜ਼ਰੂਰ ਹੋਵੇ। ਦੇਖੋ, ਸੰਤ ਰਾਮ ਉਦਾਸੀ ਦਾ ਜਿਹੜਾ ਜਨਮ ਇੱਕ ਤਾਂ ਦਲਿਤ ਘਰ 'ਚ ਹੋਇਆ, ਗਰੀਬ ਪਰਿਵਾਰ 'ਚ। ਸੋ ਇਹ ਬਰਨਾਲੇ ਇਲਾਕੇ ਨਾਲ ਸੰਬੰਧਿਤ ਸੀਗੇ ਜੀ। ਔਰ 1939 ਵਿੱਚ 20 ਅਪ੍ਰੈਲ ਨੂੰ ਉਹਨਾਂ ਦਾ ਜਨਮ ਹੋਇਆ ਜੀ। ਔਰ ਛੋਟੀ ਉਮਰ ਤੋਂ ਹੀ ਉਹਨਾਂ ਨੇ ਦਲਿਤ ਹੋਣ ਕਰਕੇ ਖੁਦ ਆਪਣੇ ਪਿੰਡੇ 'ਤੇ ਉਸ ਦਰਦ ਨੂੰ ਹੰਢਾਇਆ, ਉਸ ਪੀੜ ਨੂੰ ਹੰਢਾਇਆ, ਜਿਹੜੀ ਕਿ ਕਿਸੇ ਵੀ ਉਸ ਦਲਿਤ ਭਾਈਚਾਰੇ ਦੇ ਵਿਅਕਤੀ ਦੇ ਹਿੱਸੇ ਆਉਂਦੀ ਹੈ, ਜਿਹੜਾ ਕਿ ਜ਼ਾਤ ਪਾਤ ਵਿੱਚ ਵੰਡੇ ਹੋਏ ਸਮਾਜ ਦੇ ਵਿੱਚ ਅਸੀਂ ਵੇਖਦੇ ਹਾਂ, ਮਨੂਵਾਦ ਦੇ ਚੱਲਦੇ ਹਾਂ, ਕਿਸ ਤਰੀਕੇ ਨਾਲ ਉਸ ਨੂੰ ਕਈ ਤਰ੍ਹਾਂ ਦੇ ਸੰਤਾਪ ਚੱਲਣੇ ਪੈਂਦੇ। ਸੰਤ ਰਾਮ ਉਦਾਸੀ ਨੇ ਖੁਦ ਉਹਨਾਂ ਸਮੱਸਿਆਵਾਂ ਵਿੱਚੋਂ ਗੁਜ਼ਰ ਕੇ ਵੇਖਿਆ। ਇਹ ਗੱਲ ਵੱਖਰੀ ਕਿ ਬਾਅਦ ਜਦੋਂ ਜਿਵੇਂ ਨਾਮਧਾਰੀ ਲਹਿਰ ਦਾ ਵੀ ਉਹਨਾਂ 'ਤੇ ਅਸਰ ਪਿਆ, ਪਰ ਬਾਅਦ 'ਚ ਨਾਮਧਾਰੀ ਲਹਿਰ ਵਿੱਚ ਵੀ ਉਹਨਾਂ ਨੂੰ ਦਿੱਕਤਾਂ ਨਜ਼ਰ ਆਉਣ ਲੱਗ ਪਈਆਂ, ਉਸ ਤੋਂ ਵੀ ਬੇਮੁਖ ਹੋ ਗਏ। ਫਿਰ ਨਕਸਲਵਾੜੀ ਲਹਿਰ ਦਾ ਦੌਰ ਆਇਆ, ਉਸ 'ਚ ਕੁੱਦ ਪਏ। ਨਕਸਲਵਾੜੀ ਲਹਿਰ ਦੇ ਵਿੱਚ ਚੱਲਦਿਆਂ ਉਸ ਵਿੱਚ ਆਉਣ ਕਰਕੇ ਉਹਨਾਂ ਦੇ ਜਿਹੜੇ ਵਿਚਾਰ ਸੀ ਹੋਰ ਜ਼ਿਆਦਾ ਤਰਾਸ਼ੇ ਗਏ। ਫਿਰ ਉਹ ਕਵੀ ਤਾਂ ਸੀਗੇ ਹੀ, ਪਰ ਜਦੋਂ ਉਹਨਾਂ ਦੀ ਸਾਰੀ ਕਵਿਤਾ ਸੀ ਜਿਹੜੀ ਸੀਗੀ, ਉਸ ਨਕਸਲਵਾੜੀ ਲਹਿਰ ਦਾ ਪ੍ਰਭਾਵ ਬਹੁਤ ਜ਼ਿਆਦਾ ਸੀਗਾ। ਉਸ ਦੇ ਚੱਲਦਿਆਂ ਉਹਨਾਂ ਦੀ ਬਾਗੀਆਨਾ ਸੁਰਾਂ ਕਰਕੇ ਅੱਜ ਤੱਕ ਲੋਕ ਉਹਨਾਂ ਨੂੰ ਯਾਦ ਕਰਦੇ। ਸੋ ਸੰਖੇਪ ਵਿੱਚ ਇਹ ਕਿਹਾ ਜਾਵੇ ਕਿ ਉਹ ਦਲਿਤ ਵੀ ਸੀ, ਕਵੀ ਵੀ ਸੀ ਔਰ ਨਕਸਲਵਾੜੀ ਵੀ ਸੀ। ਇਹਨਾਂ ਸਾਰੀਆਂ ਜਿਹੜੇ ਉਹਨਾਂ ਦੀਆਂ ਪਛਾਣਾਂ ਨੇ ਵਾਲੀਆਂ ਬਣੀਆਂ ਹੋਈਆਂ, ਉਸ ਵਿੱਚ ਉਹਨਾਂ ਦੀ ਇੱਕ ਵੰਨ ਸੁਵੰਨਤਾ ਜਾਂ ਉਹਨਾਂ ਦੀ ਆਪਣੀ ਜਿਹੜੀ ਬਹੁਪੱਖੀ ਸ਼ਖਸੀਅਤ ਉੱਭਰ ਕੇ ਸਾਹਮਣੇ ਆਉਂਦੀ ਕਿ ਨਿਰੇ ਪੂਰੇ ਉਹ ਕਵੀ ਨਹੀਂ ਸੀਗੇ, ਐਕਟਿਵਿਸਟ ਵੀ ਸੀਗੇ, ਜੇਲ੍ਹਾਂ 'ਚ ਵੀ ਜਾਣਾ ਪਿਆ ਉਹਨਾਂ ਨੂੰ, ਸਰਕਾਰੀ ਤਸ਼ੱਦਦ ਦਾ ਸਾਹਮਣਾ ਵੀ ਕਰਨਾ ਪਿਆ। ਨਿਰੇ ਪੂਰੇ ਉਹ ਸਿਰਫ ਦਲਿਤ ਚਿੰਤਕ ਨਹੀਂ ਸੀਗੇ, ਉਹਨਾਂ ਨੂੰ ਬਾਕੀ ਦੇ ਸਰੋਕਾਰਾਂ ਦੀ ਵੀ ਫਿਕਰ ਸੀਗੀ। ਮਿਸਾਲ ਤੌਰ 'ਤੇ ਲੈਨਿਨ ਜਾਂ ਮਾਰਕਸ ਵਰਗੀ ਸ਼ਖਸੀਅਤਾਂ ਦਾ ਵੀ ਅਸਰ ਉਹਨਾਂ 'ਤੇ ਪਿਆ, ਉਹਨਾਂ ਨੇ ਕਬੂਲਿਆ। ਨਿਰੇ ਉਹ ਸਿਰਫ ਦਲਿਤ ਵੀ ਨਹੀਂ ਸੀਗੇ ਜਾਂ ਲੈਫਟਿਸਟ ਵੀ ਨਹੀਂ ਸੀਗੇ, ਉਹਨਾਂ ਨੇ ਸਿੱਖ ਪਛਾਣ ਨੂੰ ਵੀ ਨਹੀਂ ਕਦੇ ਛੱਡਿਆ। ਜਦੋਂ ਆਪਰੇਸ਼ਨ ਬਲੂ ਸਟਾਰ ਹੁੰਦਾ ਜਾਂ ਸਿੱਖ ਵਿਰੋਧੀ ਕਤਲੇਆਮ ਹੁੰਦੇ, ਉਹਨਾਂ ਦਾ ਅਸਰ ਵੀ ਉਹਨਾਂ 'ਤੇ ਪਿਆ ਔਰ ਉਹਨਾਂ ਦੀ ਕਵਿਤਾਵਾਂ ਦੇ ਵਿੱਚ ਇਸ ਕਿਸਮ ਦਾ ਝਲਕਾਰਾ ਵੀ ਮਿਲਦਾ। ਸੋ ਮੈਂ ਸਮਝਦਾ ਬਹੁਤ ਪੱਖੀ ਸ਼ਖਸੀਅਤ ਸੀਗੇ
ਔਰ ਉਹਨਾਂ ਨੇ ਜਿਹੜੀ ਬਹੁਤ ਸਰਲ ਸ਼ਬਦਾਵਲੀ ਵਿੱਚ ਜਿਹੜੀ ਕਵਿਤਾਵਾਂ ਲਿਖੀਆਂ ਅੱਜ ਤੱਕ ਲੋਕਾਂ ਦੇ ਕੰਠ ਨੇ, ਅੱਜ ਤੱਕ ਲੋਕਾਂ ਦੇ ਮੂੰਹ ਚੜੀਆਂ ਹੋਈਆਂ। ਇਹ ਬਹੁਤ ਵੱਡੀ ਗੱਲ ਸਮਝਣ ਵਾਲੀ ਹੈ ਕਿ ਅੱਜ ਦੇ ਸਮੇਂ 'ਚ ਵੀ ਉਹਨਾਂ ਦੀ ਕਵਿਤਾ ਜੇ ਤੁਸੀਂ ਪੜ੍ਹਦੇ ਹੋ ਜਾਂ ਬੋਲਦੇ ਹੋ ਤਾਂ ਲੱਗਦਾ ਇੱਦਾਂ ਕਿ ਇਹ ਅੱਜ ਦੇ ਸਮੇਂ 'ਚ ਲਿਖੀ ਗਈ ਸੀ। ਬਿਲਕੁਲ। ਜਾਂ ਦਿੱਲੀਏ ਦੇ ਆਲਾ ਜਿਵੇਂ ਉਹ ਕਹਿੰਦੇ ਆ, ਜੋ ਦਿੱਲੀ ਇਸ ਟਾਈਮ ਕਰ ਰਿਹਾ ਉਹ ਉਦੋਂ ਵੀ ਪ੍ਰਸੰਗਕ ਸੀਗਾ, ਅੱਜ ਵੀ ਪ੍ਰਸੰਗਕ ਹੈ। ਔਰ ਜੋ ਇਸ ਸਮੇਂ ਅਸੀਂ ਵੇਖ ਰਹੇ ਹਾਂ ਦਲਿਤਾਂ 'ਤੇ ਅਤਿਆਚਾਰ ਵੱਧ ਰਿਹਾ, ਘੱਟ ਗਿਣਤੀਆਂ 'ਤੇ ਜਾਂ ਉਹਨਾਂ ਵਰਗੇ ਐਕਟਿਵਿਸਟਾਂ 'ਤੇ, ਤਾਂ ਉਦਾਸੀ ਦਾ ਸਾਰੀ ਜਿਹੜੀ ਵਿਰਾਸਤ ਹੈ ਅੱਜ ਦੇ ਸਮੇਂ 'ਚ ਹੋਰ ਵੀ ਪ੍ਰਸੰਗਕ ਹੋ ਨਿਬੜਦੀ ਹੈ। ਔਰ ਸੰਤ ਰਾਮ ਉਦਾਸੀ ਨੂੰ ਇਕੱਲਾ ਵਿਤਕਰਾ ਸਿਰਫ ਆਪਣੇ ਪਿੰਡ 'ਚ ਜਾਂ ਆਪਣੇ ਇਲਾਕੇ 'ਚ ਨਹੀਂ ਚੱਲਣਾ ਪਿਆ, ਸਗੋਂ ਨਕਸਲਵਾੜੀ ਲਹਿਰ 'ਚ ਹੁੰਦਿਆਂ ਹੋਇਆ ਵੀ ਕਿਤੇ ਨਾ ਕਿਤੇ ਉਹਨਾਂ ਨੇ ਮਹਿਸੂਸ ਕੀਤਾ ਇਸ ਗੱਲ ਨੂੰ। ਉਹਨਾਂ ਦੇ ਕੁਝ ਸਾਥੀ ਦੱਸਦੇ ਕਿ ਉਹਨਾਂ ਦੇ ਨਾਲ ਜੇਲ੍ਹ 'ਚ ਵੀ ਵਿਤਕਰਾ ਹੁੰਦਾ ਸੀ, ਉਹਨਾਂ ਨੂੰ ਦਲਿਤ ਹੋਣ ਕਰਕੇ ਉਹਨਾਂ ਪ੍ਰਤੀ ਇੱਕ ਵੱਖਰੇ ਕਿਸਮ ਦਾ ਰਵੱਈਆ ਰੱਖਿਆ ਗਿਆ। ਵੇਖੋ ਲਾਲ ਸਿੰਘ ਦਿਲ ਦਾ ਵੀ ਜਨਮ ਦਿਨ ਮੇਰੇ ਖਿਆਲ ਅਪ੍ਰੈਲ ਵਿੱਚ ਪਿੱਛੇ ਆ ਕੇ ਗਿਆ ਜੀ। ਉਹ ਵੀ ਆਪਣੀ ਦਾਸਤਾਨ ਜੋ ਬਿਆਨ ਕਰਦੇ ਲਿਖਦੇ ਕਿ ਨਕਸਲਵਾੜੀ ਲਹਿਰ 'ਚ ਵੀ ਰਹਿੰਦੇ ਉਹਨਾਂ ਨੂੰ ਵਿਤਕਰੇ ਦਾ ਸਾਹਮਣਾ ਕਰਨਾ ਪਿਆ। ਸੋ ਕਹਿਣ ਦਾ ਮਤਲਬ ਕਿ ਜਦੋਂ ਅਸੀਂ ਮਹਿਸੂਸ ਕਰਦੇ ਹਾਂ ਕਿ ਜਿਹੜੀਆਂ ਪ੍ਰੋਗਰੈਸਿਵ ਲਹਿਰਾਂ ਨੇ ਉਹ ਸਾਰੀਆਂ ਬਾਰੇ ਆਪਾਂ ਇਹ ਸੋਚ ਲਈਏ ਕਿ ਉਹ ਬਿਲਕੁਲ ਦੁੱਧ ਧੋਤੀਆਂ ਨੇ, ਪਾਕ ਨੇ, ਕਈ ਵਾਰੀ ਉਹਨਾਂ 'ਚ ਵੀ ਦਿੱਕਤਾਂ ਹੁੰਦੀਆਂ, ਉਹਨਾਂ ਨੂੰ ਵੀ ਹੰਡਾਇਆ ਉਹਨਾਂ ਨੇ। ਸੋ ਪੈਰ ਪੈਰ 'ਤੇ ਸੰਤ ਰਾਮ ਉਦਾਸੀ ਕਈ ਇਮਤਿਹਾਨਾਂ ਵਿੱਚ ਗੁਜ਼ਰੇ ਜੀ। ਅੱਜ ਉਹ ਬੇਸ਼ੱਕ ਸਰੀਰਕ ਤੌਰ 'ਤੇ ਸਾਡੇ ਵਿੱਚ ਨਹੀਂ, ਪਰ ਉਹਨਾਂ ਦੀ ਜਿਹੜੀ ਵਿਰਾਸਤ ਹੈ ਉਹਨਾਂ ਦੇ ਕਾਵਿ ਰਚਨਾ ਦੇ ਰੂਪ ਵਿੱਚ ਜਾਂ ਉਹਨਾਂ ਦੇ ਬਣਦੇ ਬੋਲਾਂ ਦੇ ਰੂਪ ਵਿੱਚ ਅਜੇ ਵੀ ਜਿਉਂਦੀ ਹੈ। ਬਹੁਤ ਭਾਵਪੂਰ ਤੁਸੀਂ ਗੱਲ ਕੀਤੀ ਹੈ। ਮੈਂ ਉਹਨਾਂ ਦੀ ਇੱਕ ਰਚਨਾ ਦੇ ਵਿੱਚ ਕੁਝ ਬੋਲ ਸਾਂਝੇ ਕਰਦਾ ਜੋ ਉਹਨਾਂ ਨੇ ਆਪਣੇ ਬਲਬਲੇ ਪੇਸ਼ ਕੀਤੇ ਨੇ। ਕਿਸ ਨੂੰ ਵਤਨ ਕਹਾ, ਹਰ ਥਾਂ ਖੂਨੋ ਖੂਨ ਹੈ ਧਰਤੀ, ਹਰ ਥਾਂ ਕਬਰਾਂ ਦੀ ਚੁੱਪ ਵਰਤੀ, ਆਮਨ ਕਿੱਥੇ ਮੈਂ ਦਫਨ ਕਰੂੰਗਾ, ਮੈਂ ਹੁਣ ਕਿਸ ਨੂੰ ਵਤਨ ਕਹੂੰਗਾ। ਭੰਨ ਸੁੱਟੀਆਂ ਨਾਨਕ ਦੀਆਂ ਬਾਹਾਂ, ਪੁੱਟ ਸੁੱਟੀਆਂ ਸ਼ਿਵ ਦੀਆਂ ਜਟਾਵਾਂ, ਕਿਸ ਨੂੰ ਕਿਸ ਦਾ ਦਮਨ ਕਹੂੰਗਾ, ਮੈਂ ਹੁਣ ਕਿਸ ਨੂੰ ਵਤਨ ਕਹੂੰਗਾ। ਆ ਜਿਸਮ ਤਾਂ ਮੇਰੀ ਧੀ ਵਰਗਾ ਹੈ, ਆ ਕੋਈ ਮੇਰੀ ਭੈਣ ਜਿਹਾ ਹੈ, ਕਿਸ ਕਿਸ ਦਾ ਮੈਂ ਨਗਨ ਕੰਜੂਗਾ, ਮੈਂ ਹੁਣ ਕਿਸ ਨੂੰ ਵਤਨ ਕਹੂੰਗਾ। ਕੌਣ ਸਿਆਣਾ ਕਰੇ ਮਾਂ ਪਿਓ ਦੀ, ਹਰ ਇੱਕ ਦੀ ਹੈ ਲਾਸ਼ ਇੱਕੋ ਜੀ, ਕਿਸ ਕਿਸ ਲਈ ਮੈਂ ਕਫਨ ਲਾਊਂਗਾ, ਮੈਂ ਹੁਣ ਕਿਸ ਨੂੰ ਵਤਨ ਕਹੂੰਗਾ। ਰੋ ਪਈਆਂ ਚਾਨਣੀਆਂ ਰਾਤਾਂ, ਮੁੱਕੀਆਂ ਦਾਦੀ ਮਾਂ ਦੀਆਂ ਬਾਤਾਂ, ਕਿੰਜ ਬੀਤੇ ਦਾ ਹਵਨ ਕਰੂੰਗਾ, ਮੈਂ ਹੁਣ ਕਿਸ ਨੂੰ ਵਤਨ ਕਹੂੰਗਾ। ਜਜ਼ਬੇ ਸਾਂਭ ਮੇਰੇ ਸਰਕਾਰੇ, ਮੋੜ ਦੇ ਮੇਰੇ ਗੀਤ ਪਿਆਰੇ, ਕਿੰਜ ਚਾਵਾਂ ਦਾ ਦਮਨ ਕਰੂੰਗਾ, ਮੈਂ ਹੁਣ ਕਿਸ ਨੂੰ ਵਤਨ ਕਹੂੰਗਾ, ਮੈਂ ਹੁਣ ਕਿਸ ਨੂੰ ਵਤਨ ਕਹੂੰਗਾ। ਜਿਸ ਤਰ੍ਹਾਂ ਆਹ ਦਰਦ ਹੈ, ਇਹੋ ਜਿਹੀਆਂ ਸਾਰੀਆਂ ਉਹਨਾਂ ਦੀਆਂ ਰਚਨਾਵਾਂ ਉਹ ਅੱਜ ਵੀ ਉਸੇ ਤਰ੍ਹਾਂ ਢੁਕਦਾ ਜਦੋਂ ਉਦਾਸੀ ਜੀ ਨੇ ਲਿਖਿਆ ਸੀ। ਹੁਣ ਵੀ ਹਰ ਜਿਹੜਾ ਸੰਵੇਦਨਸ਼ੀਲ ਹਿਰਦਾ ਜਾਂ ਉਹ ਲੋਕ ਜਿਹੜੇ ਕਿ ਇਹ ਦਰਦ ਮਹਿਸੂਸ ਕਰਦੇ ਨੇ ਉਹ ਵੀ ਇਹ ਕਹਿ ਰਹੇ ਨੇ ਕਿ ਮੈਂ ਕਿਹਨੂੰ ਵਤਨ ਕਹਾਂ। ਅਤੇ ਇਸੇ ਕਾਰਨ ਹੀ ਇਹ ਲੋਕਾਂ ਦੇ ਅੰਦਰ ਇਹ ਇਸ ਵੇਲੇ ਅਸਥਿਰਤਾ, ਬੇਗਾਨਗੀ ਦਾ ਅਹਿਸਾਸ ਪੈਦਾ ਹੋ ਰਿਹਾ। ਦੇਖੋ ਉਦਾਸੀ ਸਾਹਿਬ ਦੀ ਜਿਹੜੀ ਕਾਵਿ ਰਚਨਾ ਤੁਸੀਂ ਸਾਂਝੀ ਕੀਤੀ ਉਸ ਵਿੱਚ ਇਕੱਲੀ ਜੇ ਸਤਰ 'ਤੇ ਗੌਰ ਕੀਤਾ ਜਾਵੇ ਜੀ ਤਾਂ ਇਸ਼ਾਰਾ ਇਹੀ ਹੈ। ਦਰਅਸਲ ਪਾਸ਼ ਨੇ ਵੀ ਇਹੋ ਜਿਹੀ ਕਵਿਤਾ ਲਿਖੀ ਸੀ 84 ਤੋਂ ਬਾਅਦ, ਇਹ ਕਵਿਤਾ ਵੀ 84 ਤੋਂ ਬਾਅਦ ਲਿਖੀ ਗਈ ਸੀ। ਔਰ ਉਸਨੇ ਵੀ ਬੇਦਖਲੀ ਲਈ ਬਿਨੈ ਪੱਤਰ ਦੇ ਰੂਪ 'ਚ ਕਵਿਤਾ ਲਿਖੀ ਪ੍ਰੋਟੈਸਟ ਪੋਮ ਜੀ, ਇਹ ਵੀ ਉਸ ਕਿਸਮ ਦੀ ਕਵਿਤਾ। ਦੋਨਾਂ ਵਿੱਚੋਂ ਅਸੀਂ ਦੇਖ ਸਕਦੇ ਹਾਂ ਕਿਵੇਂ ਇੱਕ ਬੇਗਾਨਗੀ ਦਾ ਅਹਿਸਾਸ ਆ ਰਿਹਾ, ਕਿਵੇਂ ਸਟੇਟ ਤੋਂ ਟੁੱਟਣ ਦਾ, ਹਿੰਦੁਸਤਾਨ ਦੇ ਟੁੱਟਣ ਦਾ ਅਹਿਸਾਸ ਆ ਰਿਹਾ। ਜੇ ਇਹ ਖੱਬੇ ਪੱਖੀ ਸੀਗੇ, ਜੇ ਇਹਨਾਂ ਦੇ ਮਨ 'ਚ ਇਹ ਵਲਵਲਾ ਸੀ ਤਾਂ ਤੁਸੀਂ ਭਲੀ ਭਾਂਤ ਅਨੁਮਾਨ ਲਾ ਸਕਦੇ ਹੋ ਕਿ ਜਿਹੜਾ ਆਮ ਸਧਾਰਨ ਸਿੱਖ ਸੀਗਾ ਉਸ ਦੇ ਮਨ 'ਤੇ ਉਸ ਵੇਲੇ ਕੀ ਬੀਤ ਰਹੀ ਹੋਣੀ। ਇਹ ਸਮਝਣਾ ਬਹੁਤ ਜ਼ਰੂਰੀ ਹੈ। ਔਰ ਉਸ ਨੂੰ ਬਾਖੂਬੀ ਸਮਝਿਆ ਸੰਤ ਰਾਮ ਉਦਾਸੀ ਨੇ, ਕਿਉਂਕਿ ਖੁਦ ਉਸ ਵਿਰਾਸਤ ਨਾਲ ਜੁੜੇ ਰਹੇ ਨੇ। ਬਿਲਕੁਲ, ਕਿਉਂਕਿ ਉਹਨਾਂ ਦੀ ਬਾਕੀ ਕਵਿਤਾਵਾਂ ਵੀ ਦੇਖੋ ਨਾ, ਗੁਰੂ ਗੋਬਿੰਦ ਸਿੰਘ ਜੀ ਬਾਰੇ ਜਾਂ ਗੁਰੂ ਤੇਗ ਬਹਾਦਰ ਸਾਹਿਬ ਦੀ ਕੁਰਬਾਨੀ ਬਾਰੇ ਕਿੰਨੀਆਂ ਅਨੇਕਾਂ ਕਵਿਤਾਵਾਂ ਨੇ ਜਿਹੜੀਆਂ ਸਿੱਖ ਇਤਿਹਾਸ ਦੇ ਮਤਲਬ ਨਾਬਰੀ ਦੇ ਪੱਖ ਨੂੰ ਉਭਾਰਦੀਆਂ, ਉਸ ਪੱਖ ਤੋਂ ਪ੍ਰੇਰਿਤ ਸੀਗੀਆਂ। ਸੋ ਸੰਤ ਰਾਮ ਉਦਾਸੀ ਦੇ ਮਨ ਦੇ ਵਿੱਚ ਇਸ ਤਰ੍ਹਾਂ ਦੇ ਬਲਬਲੇ ਉੱਠਣੇ ਸੁਭਾਵਿਕ ਸੀਗੇ। ਪਰ ਮੈਂ ਇਹ ਨਹੀਂ ਕਹਿ ਰਿਹਾ ਕਿ ਸਿਰਫ ਨਿਰੀ ਪੂਰੀ ਸਿੱਖੀ ਪਛਾਣ ਕਰਕੇ ਉਸ ਚੀਜ਼ ਦਾ ਦਰਦ ਨੂੰ ਮਹਿਸੂਸ ਕੀਤਾ। ਇੱਕ ਦਲਿਤ ਹੋਣ ਦੇ ਨਾਤੇ ਜਿਹੜਾ ਪਹਿਲਾ ਹਾਸ਼ੇਗ੍ਰਸਤ ਹੈ, ਫਿਰ ਨਕਸਲਾਈਟ ਹੋਣ ਦੇ ਨਾਤੇ ਉਹਨਾਂ ਦੇ ਮਨ 'ਚ ਇੱਕ ਜਿਹਨੂੰ ਕਹਿੰਦਾ ਕਿ ਇੱਕ ਵਿਚਾਰ ਉਹਨਾਂ ਦੇ ਕਾਫੀ ਤਰਾਸ਼ੇ ਗਏ, ਤਿੱਖਾਪਣ ਜਿਹਾ ਸੀਗਾ ਉਹਨਾਂ ਦੇ ਵਿੱਚ। ਉਹਦੇ ਕਰਕੇ ਇਹਨਾਂ ਗੱਲਾਂ ਨੂੰ ਸਮਝਣਾ, ਉਹਨਾਂ ਦੀ ਨਿਸ਼ਾਨਦੇਹੀ ਕਰਨਾ, ਨਬਜ਼ ਸਹੀ ਨਬਜ਼ ਦੀ ਪਛਾਣ ਕਰਨੀ, ਇਹ ਉਹਨਾਂ ਦੇ ਹਿੱਸੇ ਆਇਆ। ਬਿਲਕੁਲ। ਸੋ ਉਸ ਦਰਦ ਨੂੰ ਉਹਨਾਂ ਨੇ ਬਿਆਨ ਕੀਤਾ, ਸਾਰੀ ਗੱਲ ਨੂੰ ਆਪਣੀ ਇਸ ਕਵਿਤਾ ਦੇ ਰੂਪ 'ਚ ਸਮੇਟਣ ਦੀ ਕੋਸ਼ਿਸ਼ ਕੀਤੀ ਆ। ਉਹ ਪ੍ਰੋਟੈਸਟ ਪੋਇਮ ਕਹੀ ਜਾ ਸਕਦੀ। ਬਿਲਕੁਲ। ਔਰ ਮੈਂ ਜਿਵੇਂ ਤੁਸੀਂ ਸ਼ੁਰੂ ਵਿੱਚ ਮੈਂਸ਼ਨ ਕੀਤਾ ਵਿਵੇਕ ਅਗਨੀਹੋਤਰੀ ਬਾਰੇ, ਹੁਣ ਉਹ ਫਿਲਮ ਬਣਾ ਰਿਹਾ ਦ ਡੈਲੀ ਫਾਈਲਸ ਜੀ। ਹੁਣ ਤੱਕ ਅਸੀਂ ਇਹੀ ਅੰਦਾਜ਼ੇ ਲਾ ਰਹੇ ਹਾਂ ਕਿ ਉਹ 84 ਦੇ ਕਤਲੇਆਮ ਬਾਰੇ ਹੋਵੇਗੀ, ਔਰ ਉਹਦੀ ਵਜ੍ਹਾ ਵੀ ਹੈ। ਉਹ ਅੰਦਾਜ਼ੇ ਐਵੇਂ ਨਹੀਂ ਲਾਏ ਜਾ ਰਹੇ, ਉਸਦੀ ਵਜ੍ਹਾ ਜੀ, ਕਿਉਂਕਿ ਉਸਨੇ ਪਿੱਛੇ ਇੱਕ ਵੀਡੀਓ ਰਿਲੀਜ਼ ਕੀਤਾ ਸਿਰਫ 40 ਸੈਕਿੰਡਾਂ ਦਾ। ਉਸ ਵੀਡੀਓ ਵਿੱਚ 2-3 ਗੱਲਾਂ ਗੌਰ ਕਰਨ ਵਾਲੀਆਂ ਕਿ ਇੱਕ ਨਿੱਕਾ ਜਿਹਾ ਗੁੱਟੀ ਵਾਲਾ ਬੱਚਾ ਪਟਕਾ ਬੰਨਿਆ ਹੋਇਆ, ਉਹ ਆਪਣਾ ਹੱਥ ਉਲਾਰ ਕੇ ਹਾੜੇ ਕੱਢ ਰਿਹਾ ਮਦਦ ਵਾਸਤੇ।
ਤੇ ਉੱਤੇ ਜਿਹੜੇ 3 ਸ਼ੇਰ ਨੇ, ਜਿਹੜੇ ਭਾਰਤ ਦੇ ਜਿਹੜਾ ਐਂਬਲਮ ਕਹਿੰਦੇ ਆ, ਉਹ ਖੂਨ 'ਚ ਲਿਬੜੇ ਹੋਏ ਨੇ। ਪਿੱਛੋਂ ਉਸ ਦੇ ਵੀਡੀਓ ਦੇ ਵਿੱਚੋਂ ਮੂਲ ਮੰਤਰ ਦੇ ਜਾਪ ਦੀ ਆਵਾਜ਼ ਸੁਣਦੀ ਹੈ। ਉਸ ਤੋਂ ਬਾਅਦ ਫੌਜੀ ਬੂਟਾਂ ਦੀ ਮਾਰਚ ਦੀ ਆਵਾਜ਼ ਸੁਣਦੀ ਹੈ, ਫਿਰ ਗੋਲੀਆਂ ਚੱਲਣ ਦੀ ਆਵਾਜ਼ ਸੁਣਦੀ ਹੈ, ਫਿਰ ਲੋਕਾਂ ਦੇ ਚੀਖ ਚਹਾੜੇ ਦੀ ਆਵਾਜ਼ ਸੁਣਦੀ ਹੈ, ਜਿਸ ਤੋਂ ਇਹ ਅਨੁਮਾਨ ਲਾਣਾ ਔਖਾ ਨਹੀਂ ਹੈ ਕਿ ਇਹ ਕਹਾਣੀ ਦਾ ਰੁਖ ਕਿੱਧਰ ਨੂੰ ਹੋਵੇਗਾ। ਹੁਣ ਜਿਹੜਾ ਅਗਨੀਹੋਤਰੀ ਹੈ, ਇਹ ਉਹ ਵਿਅਕਤੀ ਹੈ ਜਿਸ ਨੇ ਉਦਾਸੀ ਵਰਗਿਆਂ ਨੂੰ ਜਾਂ ਪਾਸ਼ ਵਰਗਿਆਂ ਨੂੰ, ਜਾਂ ਅੱਜ ਅਜੋਕੇ ਸਮੇਂ ਦੇ ਹੋਰ ਜਿਹੜੇ ਜੇਲ੍ਹਾਂ 'ਚ ਬੈਠੇ ਨੇ, ਚਾਹੇ ਗੌਤਮ ਨਵਲਖਾ ਜਿਸ ਨੇ ਪਹਿਲੀ ਵਾਰ 84 ਬਾਰੇ ਕਿਤਾਬਚਾ ਲਿਖਿਆ, ਉਹਨਾਂ ਲੋਕਾਂ ਨੂੰ ਅਰਬਨ ਨਕਸਲ ਹੋਣ ਦੀ ਉਪਾਧੀ ਦਿੰਦਾ। ਹੁਣ ਸਵਾਲ ਇਹ ਪੈਦਾ ਹੁੰਦਾ ਕਿ ਜੇ ਤੂੰ ਸਮਝਦਾ ਕਿ ਡੈਲੀ ਫਾਈਲਸ ਬਣਾ ਕੇ ਮੈਂ ਬਹੁਤ ਵੱਡਾ ਇਨਸਾਫ ਕਰਨ ਜਾ ਰਿਹਾ ਸਿੱਖਾਂ ਦੇ ਨਾਲ, ਤਾਂ ਕਹਿਣ ਵਾਲਾ ਕੋਈ ਹੋਵੇ ਕਿ ਇਹਨਾਂ ਬਾਰੇ ਪਹਿਲਾਂ ਸਾਨੂੰ ਜਵਾਬ ਦੇ। ਇਹ ਇਨਸਾਫ ਤਾਂ ਉਦਾਸੀ ਕਰ ਚੁੱਕਿਆ, ਪਾਸ਼ ਕਰ ਚੁੱਕਿਆ, ਗੌਤਮ ਨਵਲਖਾ ਕਰ ਚੁੱਕਿਆ, ਜਿਹੜਾ ਜੇਲ੍ਹ 'ਚ ਬੈਠਾ, ਜਿਨ੍ਹਾਂ ਨੂੰ ਤੁਹਾਡੇ ਵਰਗੇ ਅਰਬਨ ਨਕਸਲੀ ਕਹਿ ਕੇ ਭੰਡਦੇ ਆ। ਸੋ ਤੁਸੀਂ ਮਤਲਬ ਉਹਨਾਂ ਦਾ ਸਰਟੀਫਿਕੇਟ ਦੋਨਾਂ ਦੇ ਹੁੰਦੇ ਕੌਣ ਹੋ? ਕਿਸ ਮੂੰਹ ਨਾਲ ਤੁਸੀਂ ਉਹਨਾਂ ਨੂੰ ਅਰਬਨ ਨਕਸਲੀ ਕਹਿ ਰਹੇ ਹੋ? ਅੱਜ ਉਦਾਸੀ ਜਿਉਂਦਾ ਹੁੰਦਾ, ਅੱਜ ਉਸੇ ਜੁਮਰੇ 'ਚ ਇਸ ਨੂੰ ਪਾਇਆ ਹੋਣਾ ਸੀ। ਸੋ ਇਹ ਗੱਲ ਸਮਝਣੀ ਬਹੁਤ ਜ਼ਰੂਰੀ ਹੈ। ਸੋ ਉਦਾਸੀ ਦੇ ਜਿਹੜੇ ਦਰਦ ਉਸ ਟਾਈਮ ਬਿਆਨ ਕੀਤਾ, ਉਸ ਨੂੰ ਬਿਆਨ ਕਰਨ ਵਾਲੇ ਗੌਤਮ ਨਵਲਖਾ ਜੀ ਜੇਲ੍ਹ 'ਚ ਬੈਠੇ ਨੇ, ਸੁਧਾ ਭਾਰਦਵਾਜ ਵੀ ਸੀਗੀ ਜਿਹੜੀ ਹੁਣ ਬਾਹਰ ਆ ਗਈ, ਕਿਉਂਕਿ ਦੋਨਾਂ ਸੰਸਥਾਵਾਂ ਨੇ ਰਲ ਕੇ, ਦੋਨਾਂ ਦੇ ਜਥੇਬੰਦੀਆਂ ਨੇ ਰਲ ਕੇ ਉਹ ਕਿਤਾਬਚਾ ਕੱਢਿਆ ਸੀ, ਹੂ ਆਰ ਦਾ ਗਿਲਟੀ ਜੀ। ਸੋ ਵਿਵੇਕ ਅਗਨੀਹੋਤਰੀ ਕਿਹੜੇ ਮੂੰਹ ਨਾਲ ਉਹਨਾਂ ਨੂੰ ਅਰਬਨ ਨਕਸਲੀ ਕਹਿ ਰਿਹਾ? ਜਿਹਨਾਂ ਨੂੰ ਕਹਿ ਰਿਹਾ ਉਹਨਾਂ ਨੇ 84 ਵੇਲੇ ਆਪਣਾ ਜਿਹੜੀ ਆਪਣੀ ਇਕਮੁੱਠਤਾ ਜ਼ਾਹਰ ਕੀਤੀ ਉਸ ਭਾਈਚਾਰੇ ਨੇ ਜਿਸ ਨੂੰ ਨਪੀੜਾ ਜਾ ਰਿਹਾ ਸੀਗਾ। ਸੋ ਇਹ ਮਤਲਬ ਵਿਡੰਬਣਾ ਜਿਹੜੀ ਨਾ, ਇਸ ਦੇ ਉੱਤੇ ਲੋਕਾਂ ਨੂੰ ਗੌਰ ਕਰਨਾ ਚਾਹੀਦਾ। ਬਿਲਕੁਲ, ਜਿਵੇਂ ਤੁਸੀਂ ਇਹ ਗੱਲ ਕਹੀ ਹੈ, ਮੈਂ ਜਦੋਂ ਉਹਨਾਂ ਰਚਨਾਵਾਂ ਨੂੰ ਪੜ੍ਹਦਾ ਜਿਨ੍ਹਾਂ 'ਚ ਸੰਤ ਰਾਮ ਉਦਾਸੀ ਨੇ ਆਪਣੇ ਵਾਰਸਾਂ ਨੂੰ ਵੀ ਇੱਕ ਸੁਨੇਹਾ ਦਿੱਤਾ। ਇਹ ਸੁਨੇਹਾ ਇਹ ਦਿੱਤਾ ਕਿ ਅੱਜ ਮੇਰੇ ਜਾਣ ਤੋਂ ਬਾਅਦ ਵੀ ਜੇਕਰ ਮੇਰੇ ਵਾਰਸ ਬੈਠੇ ਨੇ, ਉਹਨਾਂ ਨੇ ਕੀ ਕਰਨਾ। ਹੁਣ ਜਿਹੜੇ ਅਗਨੀਹੋਤਰੀ ਵਰਗੇ ਜਾਂ ਹੋਰ ਇਹੋ ਜਿਹੇ ਅਨੇਕਾਂ ਫਾਸ਼ੀਵਾਦੀ ਨੇ, ਉਹਨਾਂ ਨੂੰ ਜੋ ਵਾਰਸਾਂ ਦੇ ਤੌਰ 'ਤੇ ਸੁਨੇਹਾ ਕਿ ਇਹਨਾਂ ਨੂੰ ਜਵਾਬ ਦੇਣ ਲਈ ਸਾਡੇ ਆਮ ਲੋਕਾਂ ਨੇ ਕੀ ਕਰਨਾ, ਉਹਦੇ 'ਚੋਂ ਕੁਝ ਸਤਰਾਂ ਬੜੀਆਂ ਕਮਾਲ ਦੀਆਂ ਨੇ। ਵਾਰਸਾਂ ਦੇ ਨਾਂ ਇਹ ਕਵਿਤਾ ਹੈ। ਸਾਡਾ ਅਮਿਓ ਜ਼ਰਾ ਨਾ ਕਰੋ ਝੋਰਾ, ਸਾਨੂੰ ਜ਼ਿੰਦਗੀ ਸੁਰਖਰੂ ਕਰਨ ਦੇਵੋ, ਅਸੀਂ ਜੰਮੇ ਹਾਂ ਹੌਕੇ ਦੀ ਲਾਟ ਵਿੱਚੋਂ, ਸਾਨੂੰ ਸੇਕ ਜੁਦਾਈ ਦਾ ਜਰਨ ਦੇਵੋ। ਸਾਡੇ ਵੀਰਾਂ ਨੂੰ ਵਰਜ ਕੇ ਘਰਾਂ ਅੰਦਰ, ਜਿਉਂਦੀ ਮਾਰਿਓ ਨਾ ਸਾਡੀ ਆਬ ਮਾਤਾ, ਭਗਤ ਸਿੰਘ ਦੀ ਮਾਂ ਬੇਸ਼ੱਕ ਬਣਿਓ, ਹਾੜੇ ਬਣਿਓ ਨਾ ਕਿਤੇ ਪੰਜਾਬ ਮਾਤਾ। ਸਾਡੇ ਸਿਰਾਂ ਉੱਤੇ ਨਿਸ਼ਚਾ ਰੱਖ ਬਾਪੂ, ਸਾਡੇ ਸਿਰਾਂ ਉੱਤੇ ਨਿਸ਼ਚਾ ਰੱਖ ਬਾਪੂ, ਨੰਗੀ ਹੋਣ ਨਾ ਦਿਆਂਗੇ ਕੰਡ ਤੇਰੀ, ਤਿਪ ਤਿਪ ਜਵਾਨੀ ਦੀ ਡੋਲ ਕੇ ਵੀ, ਹੌਲੀ ਕਰਾਂਗੇ ਗਮਾਂ ਦੀ ਪੰਡ ਤੇਰੀ। ਅਸੀਂ ਸੜਕਾਂ 'ਤੇ ਡਾਂਗਾਂ ਦੀ ਅੱਗ ਸੇਕੀ, ਐ ਪਰ ਹੱਕਾਂ ਨੂੰ ਠੰਡ ਲੁਆਈ ਤਾਂ ਨਹੀਂ, ਸਾਡਾ ਕਾਤਲ ਹੀ ਕੱਚਾ ਨਿਸ਼ਾਨ ਸੀ ਜੀ, ਸਾਡਾ ਕਾਤਲ ਹੀ ਕੱਚਾ ਨਿਸ਼ਾਨ 'ਚ ਸੀ, ਅਸੀਂ ਗੋਲੀ ਤੋਂ ਕੰਡ ਪੁਆਈ ਤਾਂ ਨਹੀਂ। ਐਵੇਂ ਭਰਮ ਹੈ ਸਾਡਿਆਂ ਕਾਤਲਾਂ ਨੂੰ, ਐਵੇਂ ਭਰਮ ਹੈ ਸਾਡਿਆਂ ਕਾਤਲਾਂ ਨੂੰ, ਕਿ ਅਸੀਂ ਹੋਵਾਂਗੇ 2 ਜਾਂ 4 ਬਾਪੂ, ਬਦਲਾ ਲਏ ਤੋਂ ਵੀ ਜਿਹੜੀ ਟੁੱਟਣੀ ਨਹੀਂ, ਏਡੀ ਲੰਮੀ ਹੈ ਸਾਡੀ ਕਤਾਰ ਬਾਪੂ। ਤੇ ਅਖੀਰ 'ਚ ਕੀ ਆਖਦਾ, ਸਾਡੇ ਹੱਕਾਂ ਦੀ ਮੱਕੀ ਹੈ ਹੋਈ ਚਾਬੂ, ਵੇਲੜ ਵੱਗ ਨਾ ਖੇਤਾਂ ਵਿੱਚ ਵੜਨ ਦੇਣਾ। ਸਾਡੇ ਹੱਕਾਂ ਦੀ ਮੱਕੀ ਹੈ ਹੋਈ ਚਾਬੂ, ਵੇਲੜ ਵੱਗ ਨਾ ਖੇਤਾਂ ਵਿੱਚ ਵੜਨ ਦੇਣਾ, ਨਰਮ ਦੋਧਿਆਂ ਦੇ ਸੋਹੇ ਪਿੰਡਿਆਂ ਨੂੰ ਅਸੀਂ ਲੁੱਟ ਦਾ ਤਾਪ ਨਹੀਂ ਚੜ੍ਹਨ ਦੇਣਾ, ਅਸੀਂ ਲੁੱਟ ਦਾ ਤਾਪ ਨਹੀਂ ਚੜ੍ਹਨ ਦੇਣਾ। ਇਹ ਆਪਣੇ ਵਾਰਸਾਂ ਨੂੰ ਹਿਲਾਉਣਾ। ਅਤੇ ਜਿਹੜੇ ਉਸ ਉਦਾਸੀ ਵਰਗੇ ਮਹਾਨ ਸ਼ਾਇਰਾਂ ਦੇ ਵਾਰਸ ਨੇ, ਅੱਜ ਉਹ ਆਵਾਜ਼ ਜਿਹੜੀ ਹੈ ਉਹ ਅੰਦਰੋਂ ਜਿਹੜੀ ਉੱਠ ਰਹੀ ਹੈ। ਅੱਜ ਉਹਨਾਂ ਦੇ ਜਨਮ ਦਿਨ 'ਤੇ ਕੇਵਲ ਗੱਲਬਾਤ ਕਰ ਲੈਣੀ ਕਾਫੀ ਨਹੀਂ, ਇਹ ਵੀ ਦੇਖਣਾ ਕਿ ਅਸੀਂ ਕਿੱਥੇ ਖੜ੍ਹੇ ਹਾਂ, ਸਾਹਿਤਕਾਰ ਕਿੱਥੇ ਖੜ੍ਹੇ ਨੇ, ਲੇਖਕ ਕਿੱਥੇ ਖੜ੍ਹੇ ਨੇ। ਉਦਾਸੀ ਵਰਗੇ ਜਜ਼ਬਾ ਉਹਨਾਂ 'ਚ ਹੈ ਜਵਾਬ ਦੇਣ ਲਈ, ਅਤੇ ਉਹਨਾਂ ਦੇ ਵਾਰਸ ਕਿੱਥੇ ਖੜ੍ਹੇ ਨੇ। ਕਈ ਵਾਰ ਦੁੱਖ ਇਸ ਗੱਲ ਦਾ ਹੁੰਦਾ ਕਿ ਸਾਹਿਤ ਸਭਾਵਾਂ ਸੰਸਥਾਵਾਂ ਤਾਂ ਦਿਨ ਬ ਦਿਨ ਖੁੰਭਾਂ ਵਾਂਗੂ ਉੱਗਦੀਆਂ ਨੇ, ਪਰ ਸੰਤ ਰਾਮ ਉਦਾਸੀ ਕਿਤੇ ਨਹੀਂ ਲੱਭਦਾ। ਗੁਰਦਰ ਸਿੰਘ ਜੀ, ਗੱਲ ਇਸ ਤਰ੍ਹਾਂ ਦੇਖੋ, ਇਹ ਨੁਕਤੇ ਦੀ ਗੱਲ ਜੀ। ਸੰਤ ਰਾਮ ਉਦਾਸੀ ਦਾ ਕੱਦ ਐਡਾ ਉੱਚਾ ਹੋ ਚੁੱਕਿਆ ਜੀ ਕਿ ਹਰ ਇੱਕ ਕੋਈ ਉਸ ਨੂੰ ਆਪਣੇ ਖੇਮੇ 'ਚ ਖਿੱਚਣ ਦੀ ਕੋਸ਼ਿਸ਼ ਕਰਦਾ ਜੀ, ਕਿਉਂਕਿ ਉਦਾਸੀ ਆਪ ਹੀ ਐਡਾ ਵੱਡਾ ਕੱਦ ਉਹਦਾ ਕੱਢ ਲਿਆ ਉਹਨੇ, ਐਡਾ ਵਧੀਆ ਸਾਹਿਤ ਲਿਖ ਕੇ। ਸੋ ਹਰ ਇੱਕ ਕੋਈ ਸਾਹਿਤਕਾਰ ਆਪਣੇ ਨੂੰ ਸਾਬਿਤ ਕਰਨ ਲਈ ਜਾਂ ਆਪਣੀ ਸ਼ੋਭਾ ਦੀ ਖਾਤਰ ਉਸ ਨੂੰ ਆਪਣੇ ਖੇਮੇ 'ਚ ਖਿੱਚਣ ਦੀ ਕੋਸ਼ਿਸ਼ ਕਰੂਗਾ। ਇਹ ਤਾਂ ਗੱਲ ਹੋਈ ਇੱਕ। ਦੂਜੀ ਗੱਲ ਹੋ ਗਈ, ਉਦਾਸੀ ਕਹਿ ਕੀ ਰਿਹਾ, ਉਦਾਸੀ ਲਿਖ ਕੀ ਰਿਹਾ, ਉਦਾਸੀ ਕਹਿਣਾ ਕੀ ਚਾਹ ਰਿਹਾ, ਉਸ 'ਤੇ ਅਮਲ ਦੀ ਗੱਲ ਜਿਹੜੀ ਆ ਉਹ ਮੁੱਖ ਮੁੱਦਾ ਹੋਣੀ ਚਾਹੀਦੀ ਜੀ। ਉਹ ਹੈ ਨਹੀਂ ਉਹਨਾਂ ਦੇ ਪੱਲੇ। ਸੰਸਥਾਵਾਂ ਜਿੰਨੀ ਮਰਜ਼ੀ ਖੜੀਆਂ ਕਰ ਲਓ, ਉਦਾਸੀ ਦੇ ਨਾਂ 'ਤੇ ਟੂਰਨਾਮੈਂਟ ਕਰਾ ਲਓ, ਉਦਾਸੀ ਦੇ ਨਾਂ 'ਤੇ ਕੋਈ ਅਖਾੜਾ ਲਾ ਦਿਓ, ਉਦਾਸੀ ਦੇ ਨਾਂ 'ਤੇ ਕੋਈ ਕਿਤਾਬ ਦਾ ਕੋਈ ਪ੍ਰੋਗਰਾਮ ਰੱਖ ਕੇ ਬਹਿ ਜਾਓ। ਇਹੋ ਜਿਹੀ ਗੱਲਾਂ ਤਾਂ ਮੈਂ ਉੱਥੇ ਹੁੰਦੀਆਂ ਵੇਖਦਾ ਹਾਂ।
ਪਰ ਸਵਾਲ ਇਹ ਉੱਠਦਾ ਕਿ ਉਦਾਸੀ ਜਿਨ੍ਹਾਂ ਗੱਲਾਂ ਨੂੰ ਲੈ ਕੇ ਫਿਕਰਮੰਦ ਸੀ ਕਿ ਉਹਨਾਂ ਗੱਲਾਂ ਤੇ ਪਹਿਰਾ ਦਿੱਤਾ ਜਾ ਰਿਹਾ, ਜਿਵੇਂ ਉਹਦੀ 17 ਮੁਤਾਬਕ ਮੇਰੀ ਸੋਚ ਤੇ ਨਾ, ਮੇਰੀ ਮੌਤ ਤੇ ਨਾ ਰੋਏ, ਮੇਰੀ ਸੋਚ ਨੂੰ ਬਚਾਇਓ। ਹੁਣ ਇਹ ਮੌਤ ਤੇ ਤਾਂ ਰੋ ਰਹੇ ਨੇ, ਕਿ ਸੋਚ ਨੂੰ ਬਚਾ ਰਹੇ ਨੇ? ਕਵਿਤਾ ਦੇ ਰੂਪ 'ਚ ਮੈਂ ਸਵਾਲ ਪੁੱਛਣਾ ਚਾਹੁੰਦਾ। ਮੌਤ ਤੇ ਤੁਸੀਂ ਹਰ ਸਾਲ ਰੋਂਦੇ ਹੋ, ਜਨਮ ਦਿਨ ਤੇ ਖੁਸ਼ੀਆਂ ਮਨਾਉਂਦੇ ਹੋ, ਪਰ ਕੀ ਸੋਚ ਨੂੰ ਬਚਾਉਣ ਲਈ ਤੁਸੀਂ ਕੁਝ ਕੀਤਾ ਹੈ? ਇਹਦਾ ਜਵਾਬ ਤੁਸੀਂ ਆਪਣੇ ਜ਼ਮੀਰ ਨੂੰ ਆਪ ਪੁੱਛ ਲਓ। ਬਿਲਕੁਲ ਸਹੀ। ਅਸੀਂ ਕੌਣ ਉਹਨਾਂ ਨੂੰ ਪੁੱਛਣ ਵਾਲੇ? ਪਰ ਹੋ ਇਹੀ ਰਿਹਾ ਕਿ ਰਵਾਇਤ ਦੇ ਤੌਰ ਤੇ ਉਦਾਸੀ ਦਾ ਕੱਦ ਐਡਾ ਉੱਚਾ ਹੋ ਚੁੱਕਿਆ ਕਿ ਹਰ ਇੱਕ ਕੋਈ ਖਿੱਚਣ 'ਚ ਲੱਗਾ ਹੋਇਆ, ਪਹਿਰਾ ਦੇਣ ਦੀ ਗੱਲ ਨਹੀਂ ਹੋ ਰਹੀ। ਹੁਣ ਮਿਸਾਲ ਤੌਰ ਤੇ ਅਜੇ ਪਿੱਛੇ ਜੇ ਅੰਬੇਦਕਰ ਦਾ ਜਨਮ ਦਿਹਾੜਾ ਸੀ, ਕਿਉਂਕਿ ਮੈਂ ਤਾਂ ਗੱਲ ਕਹਿ ਰਿਹਾ ਕਿ ਦਲਿਤ ਹਿਸਟਰੀ ਮੰਥ ਦੇ ਰੂਪ 'ਚ ਦੇਖਿਆ ਜਾਵੇ, ਉਦਾਸੀ ਦਾ ਜਨਮ ਦਿਨ ਅਪ੍ਰੈਲ 'ਚ, ਬਾਬਾ ਸਾਹਿਬ ਦਾ ਜਨਮ ਦਿਨ ਅਪ੍ਰੈਲ 'ਚ। ਸੋ ਉਦੋਂ ਕੀ ਹੋਇਆ ਕਿ ਜਾ ਕੇ ਇਹਨੇ ਨਤਮਸਤਕ ਹੁੰਦਾ ਮੋਦੀ ਅੰਬੇਦਕਰ ਨੂੰ, ਟਵਿੱਟਰ ਤੇ ਇੱਧਰ ਉੱਧਰ ਬਹੁਤ ਰੌਲਾ ਪਾਉਂਦਾ ਕਿ ਜੀ ਅੰਬੇਦਕਰ ਬਹੁਤ ਵਧੀਆ ਇਨਸਾਨ ਸੀਗੇ, ਸਾਨੂੰ ਉਹਨਾਂ ਦੀ ਸੋਚ ਤੇ ਚੱਲਣਾ ਚਾਹੀਦਾ। ਸਵਾਲ ਪੈਦਾ ਹੁੰਦਾ ਕਿ ਤੁਸੀਂ ਤਾਂ ਬਾਕੀਆਂ ਨੂੰ, ਜਿਹੜੇ ਵਿਰੋਧੀ ਨੇ, ਉਹਨਾਂ ਨੂੰ ਅੰਦੋਲਨਜੀਵੀ ਹੋਣ ਦਾ ਖਿਤਾਬ ਦਿੰਦੇ ਹੋ। ਅੰਬੇਦਕਰ ਤਾਂ ਖੁਦ ਐਡਾ ਵੱਡਾ ਅੰਦੋਲਨਜੀਵੀ ਸੀਗਾ, ਜਿਸ ਨੇ ਕਿਹਾ ਸੀ ਪੜ੍ਹੋ, ਜੁੜੋ, ਸੰਘਰਸ਼ ਕਰੋ, ਐਜੂਕੇਟ, ਆਰਗੇਨਾਈਜ਼ ਐਂਡ ਐਜੀਟੇਟ। ਹੁਣ ਅੰਦੋਲਨਜੀਵੀ ਹੀ ਐਜੀਟੇਸ਼ਨ ਕਰੂਗਾ ਨਾ, ਜਿਹੜਾ ਅੰਦੋਲਨਜੀਵੀ ਹੋਊਗਾ ਉਹੀ ਕਰੂਗਾ ਐਜੀਟੇਸ਼ਨ, ਉਹੀ ਸੰਘਰਸ਼ ਕਰੂਗਾ। ਇੱਕ ਪਾਸੇ ਤੁਹਾਨੂੰ ਮੱਥਾ ਟੇਕ ਰਹੇ ਆ, ਉਹਨਾਂ ਨੂੰ ਵਡਿਆ ਰਹੇ ਆ, ਦੂਜੇ ਪਾਸੇ ਟਿਚਰਾਂ ਕਰ ਰਹੇ ਆ ਲੋਕਾਂ ਨੂੰ ਕਿ ਅੰਦੋਲਨਜੀਵੀ ਨੇ। ਸੋ ਇਹ ਜਿਹੜਾ ਨਾ ਸਾਰੀ ਕਹਾਣੀ ਵਿਗੜੀ ਹੋਈ ਹੈ ਕਿ ਸਿਰਫ ਇਹਨਾਂ ਲੋਕਾਂ ਨੂੰ ਤਾਂ ਕਰਕੇ ਆਪਣੇ ਖਿਮੇ 'ਚ ਖਿੱਚਿਆ ਜਾ ਰਿਹਾ ਕਿਉਂਕਿ ਇਹ ਕੱਦ ਬਹੁਤ ਉੱਚਾ ਇਹਨਾਂ ਦਾ ਹੋ ਚੁੱਕਿਆ। ਸੋ ਉਹਨਾਂ ਦਾ ਕੱਦ ਵੇਖ ਕੇ ਉਹਨਾਂ ਦੇ ਨਾਲ ਕਈ ਲੋਕ ਜੁੜ ਜਾਣਗੇ, ਕਿਉਂਕਿ ਇਹਨੂੰ ਭਰਮ ਪੈ ਜਾਂਦਾ ਕਿ ਸ਼ਾਇਦ ਇਹ ਵੀ ਅੰਬੇਦਕਰਵਾਦੀ ਨੇ, ਇਹ ਵੀ ਉਦਾਸੀ ਦੇ ਉਪਾਸਕ ਨੇ, ਜਾਂ ਇਹ ਵੀ ਸੱਚਮੁੱਚ ਪ੍ਰੋਗਰੈਸਿਵ ਨੇ ਜਾਂ ਲੈਫਟਿਸਟ ਨੇ। ਪਰ ਇਮਤਿਹਾਨ ਤਾਂ ਉਦੋਂ ਹੁੰਦਾ ਕਿ ਜੇ ਤੁਸੀਂ ਸੱਚਮੁੱਚ ਉਹਨਾਂ ਗੱਲਾਂ 'ਤੇ ਅੱਜ ਖੜੇ ਹੋ ਜਾਂ ਨਹੀਂ ਖੜੇ। ਜੇ ਸੱਚਮੁੱਚ ਤੁਹਾਨੂੰ ਉਦਾਸੀ ਲਈ ਕੋਈ ਲਗਾਓ ਹੈ, ਅੰਬੇਦਕਰ ਲਈ ਲਗਾਓ ਹੈ, ਤਾਂ ਫਿਰ ਜਿਹੜਾ ਅੰਬੇਦਕਰ ਦਾ ਪੋਜ ਜਵਾਈ ਜੇਲ੍ਹ 'ਚ ਬੈਠਾ ਆਨੰਦ ਤੇਲ ਤੁੰਬੜੇ, ਉਸ ਦੇ ਲਈ ਹਾਂ ਦਾ ਨਾਰਾ ਮਾਰੋ। ਜਦੋਂ ਉਹਦੀ ਗੱਲ ਆਉਂਦੀ ਤਾਂ ਮੂੰਹ ਬੰਦ ਕਰ ਲੈਂਦੇ ਆਪਣੇ। ਬਿਲਕੁਲ। ਤਾਂ ਫਿਰ ਤੁਸੀਂ ਕਾਹਦੇ ਉਦਾਸੀ ਦੇ ਉਪਾਸਕ ਹੋਏ, ਕਾਹਦੇ ਅੰਬੇਦਕਰ ਦੇ ਉਪਾਸਕ ਹੋਏ? ਇਸ ਵਾਏ ਟਕਵਾਂਜੇ ਹੋਰ ਕੁਝ ਵੀ ਨਹੀਂ ਗਾ। ਇਹ ਟਕਵੰਜ ਜਦੋਂ ਅਸੀਂ ਦੇਖਦੇ ਹਾਂ ਅੱਜ ਦੇ ਸਾਹਿਤਕ ਹਲਕਿਆਂ 'ਚ ਵੀ ਨਜ਼ਰ ਆ ਰਿਹਾ, ਲੋਕ ਮਨਾਂ ਦੇ ਵਿੱਚ ਇਸ ਗੱਲ ਦਾ ਜਿਹੜਾ ਝਲਕਾਰਾ ਉਸ ਵੇਲੇ ਵੀ ਪੈਂਦਾ ਜਦੋਂ ਅਸੀਂ ਸੰਤ ਰਾਮ ਉਦਾਸੀ ਦੀ ਜਦੋਂ ਗੱਲ ਕਰਦੇ ਹਾਂ, ਅਤੇ ਉਸ ਗੱਲ ਨੂੰ ਜਦੋਂ ਐਕਟਿਵਿਜ਼ਮ ਦੇ ਨਾਲ ਜੋੜ ਕੇ ਵੀ ਕੀਤਾ ਜਾਂਦਾ ਤਾਂ ਫਿਰ ਬਹੁਤ ਸਾਰੇ ਆਪਣੇ ਹੱਥ ਪਿੱਛੇ ਖਿੱਚ ਦਿੰਦੇ ਨੇ, ਕਿਉਂਕਿ ਹਕੂਮਤ ਦੇ ਖਿਲਾਫ ਐਕਟਿਵਿਜ਼ਮ ਦੀ ਉਹਨਾਂ ਦੇ ਵਿੱਚ ਨਾ ਸੋਚ ਹੈ ਨਾ ਦਰਦ ਹੈ। ਜ਼ਰੂਰੀ ਨਹੀਂ ਕਿ ਸੜਕਾਂ 'ਤੇ ਉਤਰਨਾ, ਤੁਸੀਂ ਲਿਖੋ ਹੀ ਇੰਨਾ ਹੁੱਬ ਕੇ, ਇੰਨਾ ਜ਼ਬਰਦਸਤ ਜਾਂ ਇਸ ਤਰ੍ਹਾਂ ਦਿਲ ਦੀ ਗਹਿਰਾਈ 'ਚੋਂ, ਪਰ ਗੱਲ ਇਹ ਹੈ ਕਿ ਜੋ ਅੰਦਰ ਹੋਏਗਾ ਉਹੀ ਬਾਹਰ ਨਿਕਲੇਗਾ। ਅਫਸੋਸ ਇਹੀ ਹੈ ਕਿ ਜਿਹੜੇ ਸਾਹਿਤ ਸਭਾਵਾਂ ਦੇ ਜਾਂ ਅਵਾਰਡਾਂ ਦੇ ਝਾਕ ਰੱਖਣ ਵਾਲੇ ਲੋਕ ਨੇ, ਵੰਡਣ ਵਾਲੇ ਵੀ ਉਹੋ ਜਿਹੇ ਨੇ, ਲੈਣ ਵਾਲੇ ਵੀ ਉਹੋ ਜਿਹੇ ਨੇ, ਜਿਨ੍ਹਾਂ ਨੂੰ ਲੈ ਕੇ ਅਸੀਂ ਕਈ ਵਾਰ ਇਹ ਸੋਚਦੇ ਹਾਂ, ਮਹਿਸੂਸ ਕਰਦੇ ਹਾਂ ਕਿ ਇਹ ਇੱਕ ਪਖੰਡ ਤੋਂ ਬਿਨਾਂ ਕੁਝ ਨਹੀਂ ਹੈ। ਅਤੇ ਜੋ ਇਸ ਵੇਲੇ ਵੱਡੇ ਵੱਡੇ ਹਜ਼ਾਰਾਂ ਡਾਲਰਾਂ ਦੇ ਇਨਾਮ ਦੇਣ ਵਾਲੀਆਂ ਸੰਸਥਾਵਾਂ ਨੇ, ਉਹ ਖੁਦ ਮੋਦੀ ਵਰਗੇ ਦਾ ਸਵਾਗਤ ਕਰਦੀਆਂ। ਜਦੋਂ ਉਹ ਆਉਂਦੇ ਨੇ, ਉਹ ਲੋਕ ਉਹਨਾਂ ਨੂੰ ਹੱਥ ਵਿਛਾ ਕੇ ਜਿਹੜਾ ਸੱਦਾ ਦਿੰਦੇ ਨੇ। ਜਦੋਂ ਅਸੀਂ ਗੱਲ ਕਰਦੇ ਹਾਂ ਕਿ ਉਦਾਸੀ ਵਰਗਿਆਂ ਦੀ ਗੱਲ ਕਰਨੀ ਹੈ, ਉਸ ਵੇਲੇ ਵੀ ਉਹ ਹਾਜ਼ਰ ਹੁੰਦੇ ਨੇ। ਫਿਰ ਜਾਪਦਾ ਇਹ ਹੈ ਕਿ ਇਹ ਨਿਰਾ ਪਖੰਡੀ ਹੈ। ਅਸੀਂ ਇਸ ਪਖੰਡ ਦੇ ਪ੍ਰਤੀ ਜੇ ਜਾਗਰੂਕ ਆਪਣੇ ਸਾਰੇ ਆਵਾਮ ਨੂੰ ਕਰਨਾ, ਤਾਂ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਜ਼ਰੂਰ ਕੋਸ਼ਿਸ਼ ਕਰੀਏ ਕਿ ਸੰਤ ਰਾਮ ਉਦਾਸੀ ਦੇ ਦਿਨ ਉਹ ਆਵਾਜ਼ ਉਠਾਈਏ ਜਿਹੜੀ ਆਵਾਜ਼ ਅੱਜ ਸੱਚਮੁੱਚ ਜਿਸ ਦੀ ਲੋੜ ਹੈ, ਜਿਹੜੀ ਆਵਾਜ਼ ਲੋਕਾਂ ਨੂੰ ਜਾਗਰੂਕ ਕਰ ਰਹੀ ਹੈ, ਜਿਹੜੀ ਆਵਾਜ਼ ਇਹਨਾਂ ਦਾਇਰਿਆਂ ਤੋਂ ਉੱਪਰ, ਇਹਨਾਂ ਵਲਗਣਾਂ ਤੋਂ ਉੱਪਰ ਹੈ। ਪਰ ਇਹਦੇ ਵਿੱਚ ਹੀ ਮੈਂ ਇੱਕ ਗੱਲ ਜ਼ਰੂਰ ਕਰਨੀ ਚਾਹਾਂਗਾ, ਜਿਹੜੇ ਅਗਾਂਹ ਵਧੂ ਕਈ ਕਿਸਮ ਦੇ ਲੋਕ ਆਪਣੇ ਆਪ ਨੂੰ ਕਹਿੰਦੇ ਨੇ, ਸੰਤ ਰਾਮ ਉਦਾਸੀ ਨੇ ਜਦੋਂ ਦਰਬਾਰ ਸਾਹਿਬ 'ਤੇ ਹਮਲਾ ਹੋਇਆ, ਉਸ ਵੇਲੇ ਸਿੱਖ ਸਪਿਰਿਟ ਨੂੰ ਸਮਰਪਿਤ ਬਹੁਤ ਸਾਰੀਆਂ ਰਚਨਾਵਾਂ ਲਿਖੀਆਂ। ਗੁਰੂ ਗੋਬਿੰਦ ਸਿੰਘ ਜੀ, ਜਫਰਨਾਮਾ, ਬਦਾਵਾ, ਜਾਂ ਉਸ ਤੋਂ ਬਾਅਦ ਦਿੱਲੀਏ ਦਿਆਲਾ ਦੇਖ, ਤੱਤੀ ਤੇਗ, ਤੱਤੀ ਤਵੀ, ਉਹ ਗੁਰੂ ਅਰਜਨ ਦੇਵ ਜੀ, ਹੋਰ ਸਾਰਾ ਕੁਛ, ਬੜਾ ਕੁਝ ਲਿਖਿਆ। ਅਤੇ ਇੱਕ ਉਹਨਾਂ ਦੇ ਉੱਪਰ ਜਿਹੜੇ ਆਪਣੇ ਆਪ ਨੂੰ ਬਹੁਤੇ ਮਾਰਕਸਵਾਦੀ ਜਾਂ ਖੱਬੇ ਪੱਖੀ ਕਹਿੰਦੇ ਸਨ, ਉਦਾਸੀ ਨੂੰ ਕਹਿਣਾ ਸ਼ੁਰੂ ਕਰ ਦਿੱਤਾ ਕਿ ਇਹ ਤਾਂ ਖਾਲਿਸਤਾਨੀ ਹੈ, ਇਹ ਤਾਂ ਖਾੜਕੂਆਂ ਦੇ ਨਾਲ ਹੈ, ਇਹ ਤਾਂ ਕਵੀ ਜਿਹੜਾ ਸਾਡੇ ਦਾਇਰੇ 'ਚੋਂ ਬਾਹਰ ਹੈ। ਆਪਣੇ ਆਪ ਹੀ ਇੱਕ ਤਰ੍ਹਾਂ ਉਸ ਨੂੰ ਖਾਰਜ ਕਰ ਦਿੱਤਾ। ਅਤੇ ਜਿਸ ਤਰ੍ਹਾਂ ਉਹਨਾਂ ਨੂੰ ਜਲੀਲ ਕੀਤਾ ਗਿਆ, ਜਿਸ ਤਰੀਕੇ ਨਾਲ ਪੇਸ਼ ਕੀਤਾ ਗਿਆ, ਮੈਨੂੰ ਲੱਗਦਾ ਹੈ ਕਿ ਉਹ ਲੋਕ ਕਵੀ ਹੋਣ ਦੀ ਜਿਹੜੀ ਪ੍ਰਮਾਣਿਕਤਾ ਉਹਨਾਂ ਕੋਲੇ ਸੀ, ਜੇ ਉਹ ਇੰਨੀ ਬਾਰੀਕੀ ਨਾਲ ਲੋਕਾਂ ਨਾਲ ਨਾ ਜੁੜੇ ਹੁੰਦੇ ਤਾਂ ਮਿੱਟੀ 'ਚ ਰੋਲ ਦਿੱਤਾ ਜਾਂਦਾ। ਉਹ ਆਪਣੀ ਹਿੰਮਤ ਕਰਕੇ ਬਚੇ ਆ, ਬਾਕੀ ਉਹਨਾਂ ਦੀ ਲਹਿਰ ਵਾਲਿਆਂ ਨੇ ਕੋਈ ਕਸਰ ਨਹੀਂ ਛੱਡੀ ਉਹਨਾਂ ਨੂੰ ਜਲੀਲ ਕਰਨ ਲਈ। ਦੇਖੋ, ਇਹ ਉਸ ਕਿਸਮ ਦਾ ਬੌਧਿਕ ਦਿਵਾਲੀਆਪਣ ਹੈ ਜਿਸ ਕਿਸਮ ਦਾ ਖੁਸ਼ਵੰਤ ਸਿੰਘ ਨੂੰ ਵੀ ਹੰਡਾਉਣਾ ਪਿਆ ਜੀ। ਜਦੋਂ ਖੁਸ਼ਵੰਤ ਸਿੰਘ ਨੇ ਆਪਣਾ ਖਿਤਾਬ ਮੋੜਿਆ ਬਲੂ ਸਟਾਰ ਦੇ ਆਪਰੇਸ਼ਨ ਦੇ ਵਿਰੋਧ ਦੇ ਵਿੱਚ, ਸਭ ਨੂੰ ਪਤਾ ਕਿ ਦੇਖੋ, ਉਹ ਸੰਤ ਨਰੈਣ ਸਿੰਘ ਭੰਡਾਣਾ ਦਾ ਬਹੁਤ ਵੱਡਾ ਆਲੋਚਕ ਸੀਗਾ ਜੀ।
ਖੁਸ਼ਵੰਤ ਸਿੰਘ ਬਹੁਤ ਵੱਡਾ ਆਲੋਚਕ ਸੀ ਉਹਨਾਂ ਮਿਲੀਟੈਂਟਾਂ ਦਾ ਜਿਨ੍ਹਾਂ ਨੇ ਅੰਦਰ ਹਥਿਆਰ ਰੱਖੇ ਸੀ ਜੀ। ਉਹਨਾਂ ਨੇ ਕਦੇ ਕੰਪਰੋਮਾਈਜ਼ ਨਹੀਂ ਕੀਤਾ, ਉਹਨੇ ਬਾਅਦ 'ਚ ਵੀ ਤੇ ਪਹਿਲਾਂ ਵੀ, ਜਿਹਦੇ ਕਰਕੇ ਹਿੱਟ ਲਿਸਟ 'ਤੇ ਵੀ ਰਿਹਾ। ਬਾਵਜੂਦ ਉਸਦੇ ਆਪਰੇਸ਼ਨ ਬਲੂ ਸਟਾਰ ਨੂੰ ਇੱਕ ਬੜਾ ਵੱਡਾ ਸਰਕਾਰੀ ਦਮਨ ਮੰਨਦਿਆਂ ਹੋਇਆਂ ਉਹਨਾਂ ਨੇ ਆਪਣਾ ਖਿਤਾਬ ਮੋੜਿਆ। ਨਤੀਜਾ ਕੀ ਹੋਇਆ? ਜਿਹੜੇ ਸੋ ਕਾਲਡ ਸੈਕੂਲਰ ਮੀਡੀਆ ਵਾਲੇ ਸੀਗੇ ਉਹਨਾਂ ਨੇ ਭੰਡੀ ਕੀਤੀ ਖੁਸ਼ਵੰਤ ਸਿੰਘ ਦੀ ਕਿ ਇਹਦਾ ਮਤਲਬ ਇਹ ਸਿੱਖ ਨਿਕਲਿਆ, ਇਹ ਤਾਂ ਪੱਤਰਕਾਰ ਹੈ ਹੀ ਨਹੀਂਗਾ, ਇਹਦੇ ਅੰਦਰ ਸਿੱਖੀ ਬੜੀ ਹੋਈ ਆ। ਇਸ ਕਿਸਮ ਦੀਆਂ ਗੱਲਾਂ ਖੁਸ਼ਵੰਤ ਸਿੰਘ ਬਾਰੇ ਵੀ ਹੋਈਆਂ। ਹੁਣ ਉਦਾਸੀ ਨਾਲ ਵੀ ਉਹੀ ਇਨ ਬਿਨ ਕੀਤਾ ਉਹਨਾਂ ਲੋਕਾਂ ਨੇ ਜਿਹੜੇ ਆਪਣੇ ਨੂੰ ਪ੍ਰੋਗਰੈਸਿਵ ਕਹਿੰਦੇ। ਪਰ ਸਮਝਣ ਵਾਲੀ ਗੱਲ ਇੱਕ ਹੋਰ ਵੀ ਹੈ ਕਿ ਇਕੱਲੀ ਮਤਲਬ ਇਹਨਾਂ ਦੋਨਾਂ ਦੀ ਗੱਲ ਨਹੀਂ ਹੈ। ਬ੍ਰਹਮ ਚਲਾਣੀ ਵਰਗਾ ਇੱਕ ਪੱਤਰਕਾਰ ਸੀ ਜਿਹੜਾ ਡਟਵੇਂ ਰੂਪ 'ਚ ਬਲੂ ਸਟਾਰ ਬਾਰੇ ਠੋਕ ਵਜਾ ਕੇ ਉਸਨੇ ਲਿਖਿਆ, ਉਸ ਦੇ ਖਿਲਾਫ ਤਾਂ ਪਰਚਾ ਕਰ ਦਿੱਤਾ ਸੀ ਭਾਰਤ ਸਰਕਾਰ ਨੇ। ਹੁਣ ਇੱਕ ਪਾਸੇ ਸਟੇਟ ਖੜੀ ਹੈ, ਦੂਜੇ ਪਾਸੇ ਇੱਕ ਘੱਟ ਗਿਣਤੀ ਖੜੀ ਜਿਹੜੀ ਕਿ ਉਹਨਾਂ ਦੇ ਹਮਲੇ ਸ਼ਿਕਾਰ ਹੁੰਦੀ ਹੈ। ਉਸ ਘੱਟ ਗਿਣਤੀ ਨਾਲ ਹਮਦਰਦੀ ਪ੍ਰਗਟਾਉਣਾ ਹਰ ਇੱਕ ਮਨੁੱਖਤਾਵਾਦੀ ਦਾ ਫਰਜ਼ ਬਣਦਾ ਸੀਗਾ, ਜਿਹਦੇ ਵਿੱਚ ਅਸੀਂ ਵੇਖਦੇ ਹਾਂ ਕੁਝ ਇੱਕ ਨਾਂ ਨੇ, ਚਾਹੇ ਉਹ ਸਿੱਖ ਨੇ ਚਾਹੇ ਉਹ ਗੈਰ ਸਿੱਖ ਨੇ। ਸੋ ਜਿਹੜੇ ਆਪਣੇ ਨੂੰ ਪ੍ਰੋਗਰੈਸਿਵ ਕਹਿੰਦੇ ਸੀਗੇ ਜਾਂ ਹੁਣ ਵੀ ਕਹਿ ਰਹੇ ਆ, ਇਹਨਾਂ ਦਾ ਫਰਜ਼ ਉਸ ਘੜੀ ਇਹ ਬਣਦਾ ਸੀਗਾ ਕਿ ਅਸੀਂ ਪੀੜਤ ਧਿਰ ਦੇ ਨਾਲ ਖੜੀਏ ਬਜਾਏ ਕਿ ਸਟੇਟ ਦੇ ਹੱਕ 'ਚ ਖੜਨ ਦੇ। ਇਹ ਤਾਂ ਸਵਾਲ ਹੀ ਨਿਰਮੂਲ ਹੈ ਕਿ ਵਿਰੋਧ ਕਰਨ ਵਾਲਾ ਉਸਦੀ ਖੁਦ ਦੀ ਪਛਾਣ ਕੀ ਹੈ, ਉਸਦੀ ਖੁਦ ਦੀ ਪਛਾਣ ਕੀ ਹੈ, ਇਹ ਗੱਲ ਹੀ ਨਿਰਮੂਲ ਹੈ। ਕਿਉਂਕਿ ਜਿਸ ਕਿਸਮ ਦੀ ਪਾਨ ਚੜੀ ਹੋਈ ਸੀ ਉਦਾਸੀ 'ਤੇ, ਮੈਨੂੰ ਪੂਰਾ ਸ਼ੱਕ ਹੈ ਜਾਂ ਪੂਰਾ ਯਕੀਨ ਹੈ ਕਿ ਜੇ ਉਦਾਸੀ ਸਿੱਖ ਨਾ ਵੀ ਹੁੰਦਾ ਉਹ ਸ਼ਾਇਦ ਤਾਂ ਵੀ ਇਹੀ ਕਰਦਾ ਜੋ ਉਸਨੇ ਇੱਕ ਸਿੱਖ ਹੋਣ ਦੇ ਨਾਤੇ ਕੀਤਾ। ਬਿਲਕੁਲ। ਸੋ ਇਸ ਤੋਂ ਸਮਝਣਾ ਬਹੁਤ ਜ਼ਰੂਰੀ ਕਿ ਜਿਹੜੀ ਉਹ ਜ਼ਿਆਦਤੀ ਸੀ ਕਿ ਉਸਦੀ ਨਿਸ਼ਾਨਦੇਹੀ ਕਰਨਾ, ਉਸਦੇ ਖਿਲਾਫ ਬੋਲਣਾ ਸਿਰਫ ਸਿੱਖਾਂ ਦਾ ਹੀ ਫਰਜ਼ ਸੀਗਾ ਕਿ ਬਾਕੀਆਂ ਦਾ ਵੀ ਸੀਗਾ। ਤੇ ਜਿਨ੍ਹਾਂ ਨੇ ਬੋਲਿਆ, ਜਿਹੜੇ ਗੈਰ ਸਿੱਖਾਂ ਨੇ ਵੀ, ਉਹਨਾਂ ਨੂੰ ਵੀ ਖਮਿਆਜਾ ਭੁਗਤਣਾ ਪਿਆ। ਜਿਵੇਂ ਬ੍ਰਹਮ ਚਲਾਣੀ ਦੀ ਮੈਂ ਤੁਹਾਨੂੰ ਮਿਸਾਲ ਦੇ ਕੇ ਹਟਿਆ, ਉਹਨਾਂ ਨੂੰ ਵੀ ਬੜੇ ਬੋਲ ਕਬੋਲ ਸੁਣਨੇ ਪਏ। ਜਾਂ ਇੱਕ ਸ਼ਹਿਰ 'ਚ ਬੈਠਾ ਇੱਕ ਪੱਤਰਕਾਰ ਇੱਕ ਵੱਡੇ ਕੱਦ ਵਾਲਾ, ਉਸ ਨੂੰ ਸੁਣਨਾ ਪਿਆ ਜਿਹੜਾ ਲਗਾਤਾਰ ਠੋਕ ਵਜਾ ਕੇ ਉਹਨਾਂ ਦੀ ਆਲੋਚਨਾ ਕਰ ਰਹੇ ਜਿਨ੍ਹਾਂ ਨੇ ਹਥਿਆਰ ਰੱਖੇ ਸੀ। ਜੇ ਉਹਨੂੰ ਵੀ ਨਹੀਂ ਬਖਸ਼ਿਆ ਗਿਆ, ਬ੍ਰਹਮ ਚਲਾਣੀ ਨੂੰ ਨਹੀਂ ਬਖਸ਼ਿਆ ਗਿਆ, ਤਾਂ ਫਿਰ ਸੰਤ ਰਾਮ ਉਦਾਸੀ ਬਾਰੇ ਵੀ ਰਿਆਇਤ ਦੀ ਅਸੀਂ ਆਸ ਨਹੀਂ ਰੱਖ ਸਕਦੇ। ਪਰ ਦੁੱਖ ਲੱਗਦਾ ਉਹਨਾਂ ਲੋਕਾਂ ਬਾਰੇ ਕਿ ਜਿਹੜੇ ਆਪਣੇ ਆਪ ਨੂੰ ਮਨੁੱਖਤਾਵਾਦੀ ਵੀ ਵਿਖਾਉਂਦੇ ਨੇ, ਸੈਕੂਲਰ ਵੀ ਵਿਖਾਉਂਦੇ ਨੇ, ਜਿਨ੍ਹਾਂ ਨੂੰ ਚਾਹੀਦਾ ਸੀ ਕਿ ਸਟੇਟ ਦੇ ਇਸ ਨੰਗੇ ਚਿੱਟੇ ਜਿਹੜਾ ਇੱਕ ਜ਼ੁਲਮ ਦੇ ਖਿਲਾਫ ਬੋਲਦੇ। ਔਰ ਉਹ ਵੀ ਜ਼ੁਲਮ ਇਕੱਲਾ ਇਹ ਨਹੀਂ ਕਿ ਸਿਰਫ ਇੱਕ ਸਰਕਾਰੀ ਦਮਨ, ਆਮ ਜਾਂ ਦਮਨ ਨਹੀਂ ਸੀਗਾ, ਉਹ ਇੱਕ ਖਾਸ ਫਿਰਕੇ ਨੂੰ, ਉਹਨਾਂ ਦੀ ਧਾਰਮਿਕ ਪਛਾਣ ਨੂੰ ਟਿੱਚ ਜਾਣ ਕੇ ਐਡਾ ਵੱਡਾ ਹਮਲਾ ਕੀਤਾ ਗਿਆ। ਸਰਕਾਰ ਖੁਦ ਫਿਰਕਾ ਪ੍ਰਸਤੀ ਕਰ ਰਹੀ ਸੀ, ਜਿਸ ਨੇ ਸੈਕੂਲਰ ਦਾ ਬੁਰਕਾ ਚਾੜਿਆ ਹੋਇਆ ਸੀਗਾ। ਪਰ ਇਹਨਾਂ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਜਿਹੜੇ ਉਸ ਵੇਲੇ ਸਟੇਟ ਦੇ ਮਤਲਬ ਨਾਲ ਖੜ ਕੇ ਜਾ ਕੇ ਖੁੱਲ੍ਹਮ ਖੁੱਲ੍ਹਾ ਤੌਰ 'ਤੇ, ਬਜਾਏ ਕਿ ਉਹਨਾਂ ਨਾਲ ਖੜ੍ਹਦੇ ਜਿਹੜੇ ਪੀੜਤ ਧਿਰ ਦੀ ਨੁਮਾਇੰਦਗੀ ਕਰ ਰਹੇ ਸੀਗੇ। ਇਹ ਇਹਨਾਂ ਦਾ ਸਭ ਤੋਂ ਵੱਡਾ ਧਰੋਹ ਸੀ। ਇਸੇ ਕਾਰਨ ਹੀ ਇਸ ਗੱਲ ਦਾ ਜਦੋਂ ਜ਼ਾਹਰਾ ਤੌਰ 'ਤੇ ਪ੍ਰਮਾਣ ਜਦੋਂ ਮਿਲੇ, ਤਾਂ ਉਸ ਤੋਂ ਬਾਅਦ ਉਦਾਸੀ ਖੁਦ ਇੱਕ ਬੇਗਾਨਗੀ ਦਾ ਅਹਿਸਾਸ ਕਰਦੇ ਹੋਏ ਆਖਰੀ ਦੌਰ ਦੇ ਦੌਰਾਨ ਉਹਨਾਂ ਦੇ ਪਰਿਵਾਰ ਨੂੰ ਜਿਸ ਤਰ੍ਹਾਂ ਇਸ ਗੱਲ ਦਾ ਦੁੱਖ ਸਮਝਣਾ, ਝੱਲਣਾ ਪਿਆ। ਉਹਨਾਂ ਨੇ ਜ਼ਿਕਰ ਵੀ ਕਈ ਵਾਰ ਕੀਤਾ। ਮੈਂ ਖੁਦ ਪਿੰਡ ਰਾਏਪੁਰ ਗਿਆ, ਪਰਿਵਾਰ ਨੂੰ ਮਿਲਿਆ, ਉਹਨਾਂ ਦੀ ਸਪਤਨੀ ਨੂੰ ਮਿਲਿਆ, ਉਹਨਾਂ ਦੀਆਂ ਬੇਟੀਆਂ, ਉਹਨਾਂ ਦੇ ਸਾਹਿਤਕ ਦੇਣ ਹੈ ਜਿਹੜੀ ਉਸ ਪਿੰਡ ਦੇ ਸਕੂਲ ਦੇ ਨਾਂ ਸੰਤ ਰਾਮ ਉਦਾਸੀ 'ਤੇ ਰੱਖਿਆ ਜਾਵੇ, ਇਹ ਗੱਲਬਾਤ ਬਾਕਾਇਦਾ ਤੌਰ 'ਤੇ ਚੱਲੀ। ਇਸ ਦੇ ਨਾਲ ਇਹ ਵੀ ਇੱਕ ਗੱਲ ਹੋਈ ਕਿ ਸੰਤ ਰਾਮ ਉਦਾਸੀ ਦੀ ਜਿਹੜੀ ਵਿਰਾਸਤ ਹੈ ਉਸ ਨੂੰ ਸਾਂਭਣ ਲਈ ਲੋਕਾਂ ਦੇ ਅੰਦਰ ਇੱਕ ਜਾਗਰੂਕਤਾ ਪੈਦਾ ਹੋਵੇ। ਕੋਈ ਸ਼ੱਕ ਨਹੀਂ, ਅੱਜ ਲੋਕ ਕਵੀ ਦੇ ਤੌਰ 'ਤੇ ਉਦਾਸੀ ਦੀ ਮਾਨਤਾ ਹੈ, ਅਤੇ ਜਿਨ੍ਹਾਂ ਲੋਕਾਂ ਨੇ ਉਸ ਵੇਲੇ ਉਸ ਦਾ ਸਾਥ ਛੱਡਿਆ, ਹੁਣ ਉਹ ਆਪਣੇ ਉਹ ਕਹੇ ਸ਼ਬਦਾਂ ਤੋਂ ਫਿਰ ਮੁਨਕਰ ਹੋ ਕੇ ਉਦਾਸੀ ਦੇ ਨਾਂ 'ਤੇ ਪ੍ਰਚਾਰ ਵੀ ਕਰ ਰਹੇ ਨੇ। ਪਰ ਇਹ ਗੱਲ ਮੰਨਣ ਨੂੰ ਤਿਆਰ ਨਹੀਂ ਕਿ ਅਸੀਂ ਕਿਸ ਤਰੀਕੇ ਨਾਲ ਉਹਦੇ ਜਿਉਂਦੇ ਜੀ ਉਸ ਦੀ ਵਿਰੋਧਤਾ ਕੀਤੀ। ਇੱਕ ਪਾਸੇ ਸਰਕਾਰ ਤਸ਼ੱਦਦ ਕਰ ਰਹੀ ਸੀ ਉਦਾਸੀ 'ਤੇ, ਇੱਕ ਪਾਸੇ ਉਸ ਢਾਣੀ ਦੇ ਬੰਦੇ ਹੀ ਉਸ ਨੂੰ ਆਪਣੇ ਵੱਲੋਂ ਛੇਕ ਰਹੇ ਸਨ। ਦੂਸਰੇ ਪਾਸੇ ਜਿਹੜੀ 1984 ਦੇ ਦੁਖਾਂਤ ਦੀ ਗੱਲ ਕਰਕੇ ਉਦਾਸੀ ਨੂੰ ਉਸ ਦੀ ਲਹਿਰ ਵਾਲਿਆਂ ਨੇ, ਬਹੁਤ ਸਾਰੇ ਅਖੌਤੀ ਸ਼ਾਇਰਾਂ ਨੇ ਸਾਹਿਤਕ ਤੌਰ 'ਤੇ ਵੀ ਮਾਰਨ ਦੀ ਕੋਸ਼ਿਸ਼ ਕੀਤੀ, ਉਸ ਨੂੰ ਉੱਭਰ ਨਹੀਂ ਦਿੱਤਾ। ਆਪ ਸ਼੍ਰੋਮਣੀ ਸਾਹਿਤਕਾਰਾਂ ਦੇ ਤੌਰ 'ਤੇ, ਪਦਮ ਸ਼੍ਰੀਆਂ ਦੇ ਤੌਰ 'ਤੇ ਨਾਂ ਸਥਾਪਿਤ ਕਰ ਲਏ। ਪਰ ਅੱਜ ਦੇ ਤੌਰ ਦੇ ਵਿੱਚ ਕਹਾਣੀ ਖਤਮ ਨਹੀਂ ਹੋਈ। ਅੱਜ ਉਹ ਕੀ ਡਿਊਟੀ ਨਿਭਾ ਰਹੇ ਨੇ। ਜਿਹੜੀ 1984 ਦੀ ਗੱਲ ਸੀ ਜਿਸ ਕਰਕੇ ਉਦਾਸੀ ਦਾ ਵਿਰੋਧ ਕਰ ਰਹੇ ਸੀ, ਉਹ ਤਾਂ ਕਹਾਣੀ ਬਾਰ-ਬਾਰ ਦੁਹਰਾਈ ਜਾ ਰਹੀ ਹੈ। ਉਦੋਂ ਦਰਬਾਰ ਸਾਹਿਬ 'ਤੇ ਹਮਲੇ ਦੇ ਵਿੱਚ ਸੀ, ਅਤੇ ਫਿਰ ਉਹ 1984 ਦੇ ਸਿੱਖ ਕਤਲੇਆਮ ਦੇ ਰੂਪ 'ਚ ਸੀ। ਫਿਰ ਬਾਬਰੀ ਮਸਜਿਦ ਨੂੰ ਢਾਹਿਆ ਗਿਆ, ਫਿਰ ਜੋ ਉਸ ਤੋਂ ਬਾਅਦ ਗੁਜਰਾਤ ਕਤਲੇਆਮ ਹੋਇਆ, ਹੁਣ ਤੱਕ ਲਗਾਤਾਰ ਜਾਰੀ ਹੈ, ਦਿਨ ਬ ਦਿਨ ਵੱਧ ਰਿਹਾ। ਅਤੇ ਜਦੋਂ ਅਸੀਂ ਵਿਵੇਕ ਅਗਨੀਹੋਤਰੀ ਵਰਗੇ ਦੀ ਗੱਲ ਕਰਦੇ ਹਾਂ, ਜਿਸ ਨੇ ਕਸ਼ਮੀਰ ਫਾਈਲ ਬਣਾ ਕੇ ਇੱਕ ਖਾਸ ਕਿਸਮ ਦਾ ਨੈਰੇਟਿਵ ਸਿਰਜਣ ਦੀ ਕੋਸ਼ਿਸ਼ ਕੀਤੀ, ਅੱਜ ਉਹੀ ਬੰਦਾ ਦਿੱਲੀ ਦੇ ਕਤਲੇਆਮ ਬਾਰੇ ਗੱਲ ਕਰ ਰਿਹਾ। ਪਰ ਸਵਾਲ ਇਹ ਹੈ ਕਿ ਕੀ ਉਹ ਕਹੇਗਾ ਕਿ ਭਾਰਤ ਦੀ ਹਕੂਮਤ ਅਤੇ ਭਾਰਤ ਦੀ ਫੌਜ ਨੇ ਦਰਬਾਰ ਸਾਹਿਬ 'ਤੇ ਸਿੱਖਾਂ 'ਤੇ ਹਮਲਾ ਕੀਤਾ, ਅਤੇ ਭਾਰਤ ਦੀ ਫੌਜ ਅਤੇ ਇੰਡੀਅਨ ਸਟੇਟ ਉਸ ਵੇਲੇ 100% ਜ਼ਿੰਮੇਵਾਰ ਸੀ?
ਕੀ ਉਹ ਇਸ ਗੱਲ ਨੂੰ ਕਹੇਗਾ ਖੁੱਲ੍ਹ ਕੇ ਬਿਆਨ ਕਰਕੇ ਕਿ ਦਿੱਲੀ ਦੇ ਵਿੱਚ ਜਿਹੜਾ ਕਤਲੇਆਮ ਹੋਇਆ ਉਹ ਇਕੱਲਾ ਕਿਸੇ ਪੋਲੀਟੀਕਲ ਪਾਰਟੀ ਦਾ ਨਹੀਂ ਸੀ, ਉਹ ਸਟੇਟ ਸਪਾਂਸਰ ਟੈਰਰਿਜ਼ਮ ਸੀ, ਸਰਕਾਰੀ ਕਤਲੇਆਮ ਸੀ, ਜਿਸ ਦੇ ਵਿੱਚ ਸਰਕਾਰ ਖੁਦ ਦੋਸ਼ੀ ਸੀ, ਸਟੇਟ ਦੇ ਵਕੀਲ, ਸਟੇਟ ਦੀ ਪੁਲਿਸ, ਸਟੇਟ ਦਾ ਪੂਰਾ ਪਸਾਰ ਜਿਹੜਾ ਜ਼ਿੰਮੇਵਾਰ ਸੀ? ਕਿ ਉਹ ਇਸ ਗੱਲ ਨੂੰ ਕਹੇਗਾ ਕਿ ਉਸ ਕਤਲੇਆਮ ਦੇ ਵਿੱਚ ਖਾਸ ਕਿਸਮ ਦੀ ਘੱਟ ਗਿਣਤੀ ਦੀ ਨਿਸ਼ਾਨਦੇਹੀ ਲਈ ਨਾ ਸਿਰਫ ਬਾਹਰੋਂ ਪਹਾੜੇ ਦੇ ਲੋਕ ਸੱਦੇ ਗਏ ਸਨ, ਬਲਕਿ ਆਂਢ ਗੁਆਂਢ ਦੇ ਵਿੱਚ ਵੀ ਫਿਰਕੂ ਜ਼ਹਿਰ ਸਿਰੇ ਦੀ ਸੀ, ਜਿਨ੍ਹਾਂ ਨੇ ਨਾਲ ਬੈਠਿਆਂ ਨੇ ਵੀ ਜਿਹੜਾ ਹੈ ਆਪਣੇ ਗੁਆਂਢੀਆਂ ਨੂੰ ਲੁੱਟਿਆ, ਬਲਾਤਕਾਰ ਕੀਤੇ, ਸਮੂਹਿਕ ਕਤਲੇਆਮ ਕੀਤਾ? ਕਿ ਉਹ ਇਹ ਗੱਲ ਕਹੇਗਾ ਕਿ ਜੇ ਇਹ 1984 ਦੇ ਵਿੱਚ ਉਸ ਤਰ੍ਹਾਂ ਰੋਕਿਆ ਜਾਂਦਾ, ਨਾ ਹੋਣ ਦਿੱਤਾ ਜਾਂਦਾ, ਤਾਂ ਗੁਜਰਾਤ ਕਤਲੇਆਮ ਨਾ ਹੁੰਦਾ, ਕਸ਼ਮੀਰ ਦੇ ਵਿੱਚ ਜੋ ਹੁੰਦਾ ਉਹ ਨਾ ਹੁੰਦਾ? ਪਰ ਉਹ ਇਸ ਤਰ੍ਹਾਂ ਕਿਵੇਂ ਸੋਚੇਗਾ ਜਿਹੜਾ ਬੰਦਾ ਅਰਬਨ ਨਕਸਲੀ ਵਰਗੇ ਸ਼ਬਦ ਉਦਾਸੀ ਵਰਗਿਆਂ ਲਈ ਜਾਂ ਬਾਕੀਆਂ ਲਈ ਵਰਤਦਾ ਹੈ? ਜਦੋਂ ਅਸੀਂ ਇਹ ਅੱਜ ਦੇ ਦੌਰ ਦੇ ਜਿਹੜੇ ਜੇਲ੍ਹਾਂ 'ਚ ਬੈਠੇ ਨੇ ਜਾਂ ਸੰਤਰਾਮ ਉਦਾਸੀ ਵਰਗੇ ਲੋਕ ਨੇ, ਇਹਨਾਂ ਦੀ ਗੱਲ ਕਰਦੇ ਹਾਂ ਅਤੇ ਪੈਰਲਲ ਆ ਦਿੱਲੀ ਫਾਈਲਸ ਦੀ ਗੱਲ ਕਰਦੇ ਹਾਂ, ਇਸ ਦੀ ਥੋੜ੍ਹੀ ਜਿਹੀ ਬਰੀਕੀ ਬਾਰੇ ਦੱਸਿਓ, ਕਿਉਂਕਿ ਸਾਡੇ ਕਹਿੰਦੇ ਕਹਾਉਂਦੇ ਕਈ ਲੋਕ ਇਹ ਕਹਿ ਰਹੇ ਨੇ ਕਿ ਨਹੀਂ, ਇਹ ਇੱਕ ਬੜੀ ਵਧੀਆ ਕੋਸ਼ਿਸ਼ ਹੈ, ਇਸ ਨੂੰ ਜੀ ਆਇਆਂ ਨੂੰ ਕਹਿਣਾ ਚਾਹੀਦਾ ਹੈ। ਦੇਖੋ, ਜਿਹੜੇ ਇਸ ਨੂੰ ਜੀ ਆਇਆਂ ਨੂੰ ਕਹਿਣ ਦੇ ਬੜੇ ਕਾਲੇ ਨੇ, ਪਹਿਲਾਂ ਤਾਂ ਉਹਨਾਂ ਨੂੰ ਸੋਚਣਾ ਚਾਹੀਦਾ ਕਿ ਅਗਨੀਹੋਤਰੀ ਦਾ ਏਜੰਡਾ ਕੀ ਹੈ। ਪਹਿਲਾਂ ਉਸਨੇ ਅਰਬਨ ਨਕਸਲ ਨਾਂ ਦੀ ਉਪਾਧੀ ਘੜੀ ਵਿਰੋਧੀਆਂ ਦੇ ਮੂੰਹ ਬੰਦ ਕਰਾਉਣ ਲਈ। RSS ਦੀ ਮਤਲਬ ਗੁੱਡ ਬੁੱਕਸ 'ਚ ਆ ਗਿਆ, ਅਜਿਹੀ ਕਿਤਾਬ ਲਿਖੀ ਉਹਨੇ ਅਰਬਨ ਨਕਸਲਸ ਬਾਰੇ। ਉਹਨਾਂ ਦਾ ਮਤਲਬ ਇੱਕ ਤਰੀਕੇ ਦਾ ਪੋਸਟਰ ਬੋਏ, ਉਹਨਾਂ ਦੀ ਬੋਲੀ ਉਹ ਬੋਲਦਾ। ਕਸ਼ਮੀਰ ਫਾਈਲਸ ਉਹਨੂੰ ਹੁਣੇ ਆ ਕੇ ਲੋਕਾਂ ਨੇ ਵੇਖ ਕੇ ਹਟੇ ਨੇ, ਹੁਣੇ ਰਿਲੀਜ਼ ਹੋ ਕੇ ਹਟੀ ਆ। ਉਹਦੀ ਵਿਸ਼ਾ ਵਸਤੂ ਬੜਾ ਕਲੀਅਰ ਦੱਸਦੀ ਹੈ ਕਿ ਕਿਸ ਤਰੀਕੇ ਦੀ ਫਿਲਮਾਂ ਵਾਲੀ ਪ੍ਰਚਾਰਵਾਦ ਆ ਉਹਦੇ ਵਿੱਚ। ਕੋਈ ਫਿਲਮ ਨਹੀਂ, ਨਾ ਕਲਾ ਦੇ ਪੱਖ ਤੋਂ ਵੀ ਪੇਤਰੀ ਫਿਲਮ, ਸਿਰਫ ਤੇ ਸਿਰਫ ਮੁਸਲਮਾਨਾਂ ਦੀ ਭੰਡੀ ਕਰਨ ਲਈ ਔਰ BJP ਦਾ ਜਿਹੜਾ ਏਜੰਡਾ ਉਸ ਤੋਂ ਪ੍ਰਚਾਰਨ ਲਈ ਫਿਲਮ ਬਣਾਈ ਗਈ। ਜੋ BJP ਵਾਲੇ ਸਟੇਜਾਂ ਤੋਂ ਕਹਿੰਦੇ ਉਹ ਫਿਲਮ ਦੇ ਵਿੱਚ ਪਾਤਰ ਕਹਿ ਰਹੇ ਨੇ। ਸਮਝਣ ਵਾਲੀ ਗੱਲ ਇਹ ਆ, ਜਿਨ੍ਹਾਂ ਨੂੰ ਅਰਬਨ ਨਕਸਲੀ ਕਹਿ ਕੇ ਭੰਡੀ ਕਰ ਰਿਹਾ, ਇਹ ਤਾਂ ਉਹ ਲੋਕ ਨੇ ਜਿਨ੍ਹਾਂ ਨੇ 84 ਦੇ ਕਤਲੇਆਮ ਵੇਲੇ ਨਿੱਠ ਕੇ ਤੁਹਾਡੀ ਮਦਦ ਕੀਤੀ ਹੈ, ਕੈਂਪਾਂ 'ਚ ਜਾ ਕੇ ਤੁਹਾਡੀ ਮਦਦ ਕੀਤੀ, ਸ਼ਾਂਤੀ ਮਾਰਚ ਕੱਢੇ ਨੇ, ਕਿਤਾਬ 'ਚ ਲਿਖੇ ਆ, ਤੁਹਾਡੇ ਕੇਸਾਂ ਨੂੰ ਡਾਕੂਮੈਂਟ ਕੀਤਾ, ਚਾਹੇ ਨੰਤਾ ਹਕਸਕਰ ਹੋਈ, ਚਾਹੇ ਗੌਤਮ ਨਵਲਖਾ ਹੋਇਆ, ਚਾਹੇ ਸੁਧਾ ਭਾਰਦਵਾਜ ਹੋਈ। ਸੁਧਾ ਤੇ ਬਾਹਰ ਆ ਗਈ, ਗੌਤਮ ਅੱਜ ਵੀ ਅੰਦਰ ਬੈਠਾ। ਉਹਨਾਂ ਨੂੰ ਅਰਬਨ ਨਕਸਲੀ ਕਹਿ ਰਿਹਾ ਹੈ। ਔਰ ਮਿਸਾਲ ਪਹਿਲਾਂ ਦੇ ਚੁੱਕੇ ਉਦਾਸੀ ਸਾਹਿਬ ਦੀ, ਕਿ ਉਹਨਾਂ ਨੇ ਵੀ ਕਵਿਤਾ ਲਿਖੀ ਸੀ, ਫਿਰ ਤਾਂ ਉਹ ਵੀ ਅਰਬਨ ਨਕਸਲੀ, ਉਹ ਤਾਂ ਖੁਦ ਨਕਸਲੀ ਸੀਗੇ। ਉਹਨਾਂ ਨੂੰ ਤਾਂ ਬਹੁਤ ਕੁਝ ਕਹਿਣਾ ਸੀ ਉਹਨਾਂ ਨੇ, ਜੇ ਉਹ ਅੱਜ ਜਿਉਂਦੇ ਹੁੰਦੇ ਤਾਂ। ਬਿਲਕੁਲ। ਸੋ ਉਹ ਵਿਅਕਤੀ ਜਿਹੜਾ ਕਿ ਸ਼ਰੇਆਮ RSS ਦੀ ਬੋਲੀ ਬੋਲ ਰਿਹਾ, ਜਿਹੜੇ ਲੋਕ ਸਵਾਗਤ ਕਰ ਰਹੇ ਨੇ, ਥੋੜ੍ਹਾ ਠਰੰਬੇ ਨਾ ਸੋਚਣ। ਪਹਿਲੀ ਗੱਲ, 2-3 ਨੁਕਤੇ ਨੇ ਗੌਰ ਕਰਨ ਵਾਲੇ ਕਿ ਅਗਨੀਹੋਤਰੀ ਇਹ ਫਿਲਮ ਬਣਾ ਕਿਉਂ ਰਿਹਾ, ਔਰ ਹੁਣ ਕਸ਼ਮੀਰ ਫਾਈਲਸ ਤੋਂ ਪਿੱਛੋਂ ਇਹ ਫਿਲਮ ਬਣਾਉਣ ਦਾ ਕੀ ਮਕਸਦ ਰਿਹਾ ਹੋਊਗਾ। ਜ਼ਾਹਿਰਾ ਤੌਰ 'ਤੇ ਜਿਵੇਂ ਕਸ਼ਮੀਰ ਫਾਈਲ ਦੇ ਵਿੱਚ ਉਸ ਸਮੇਂ ਦੀ ਹੁਕੂਮਤ ਦੇ ਉੱਤੇ ਸਾਰਾ ਭਾਂਡਾ ਭੰਨ ਦਿੱਤਾ ਗਿਆ, ਜਾਂ ਮੁਸਲਮਾਨ ਭਾਈਚਾਰੇ 'ਤੇ ਭਾਂਡਾ ਭੰਨ ਦਿੱਤਾ ਗਿਆ RSS ਦੀ ਇੱਛਾ ਮੁਤਾਬਕ। ਇਸ ਫਿਲਮ ਵਿੱਚ ਵੀ ਇਹੀ ਨਜ਼ਰ ਆ ਰਿਹਾ, ਮਨਸ਼ਾ ਹੋਈ ਹੈ ਕਿ ਸਾਰੇ ਦਾ ਸਾਰਾ ਠੀਕਰਾ ਕਾਂਗਰਸ ਸਿਰ ਭੰਨ ਕੇ ਤੇ ਕਿਸੇ ਤਰੀਕੇ ਨਾਲ ਮੋਦੀ ਨੂੰ ਫਾਇਦਾ ਪਹੁੰਚਾਇਆ ਜਾਵੇ। ਕਿਉਂਕਿ ਮੋਦੀ ਨੇ 2019 ਦੇ ਵਿੱਚ 84 ਦੇ ਮਸਲੇ ਨੂੰ ਚੰਗੀ ਤਰ੍ਹਾਂ ਚੋਇਆ, ਜਿਹੜਾ ਇਹ ਕਹਿੰਦਾ ਸੀ ਕਿ ਦਹਿਸ਼ਤਵਾਦ ਸੀ। ਕਮਾਲ ਦੀ ਗੱਲ ਹੈ, ਜੇ ਇਹ ਦਹਿਸ਼ਤਵਾਦ ਸੀ ਫਿਰ 2002 ਕੀ ਸੀਗਾ। ਫਿਰ ਇਹ ਵੀ ਸਵਾਲ ਪੈਦਾ ਹੁੰਦਾ ਕਿ ਜੇ ਵਾਕਈ ਹੀ ਹਿੰਮਤ ਹੈਗੀ ਉਹਦੇ 'ਚ ਅਗਨੀਹੋਤਰੀ 'ਚ ਸੱਚਾਈ ਵਿਖਾਉਣ ਦੀ, ਤਾਂ ਫਿਰ ਇਹ ਵੀ ਦਿਖਾਵੇ ਕਿ ਕਿਵੇਂ BJP ਵਾਲੇ ਵੀ ਕਤਲੇਆਮ ਵਿੱਚ ਸ਼ਾਮਲ ਸੀਗੇ, ਜਿਹੜੇ BJP ਦੇ ਲੀਡਰਾਂ ਦੇ ਖਿਲਾਫ ਉੱਥੇ FIR ਹੋਈਆਂ ਉਹਨਾਂ ਦਾ ਜ਼ਿਕਰ ਵੀ ਹੋਵੇ। ਫਿਰ ਤਾਂ ਇਹ ਵੀ ਦੱਸਣ ਜਾਣ ਦੀ ਕਿਰਪਾਲਤਾ ਕਰੇ ਕਿ ਜਿਹੜੀ ਐਡੀ ਵੱਡੀ ਬਹੁ ਗਿਣਤੀ ਕਿਵੇਂ ਰਾਜੀਵ ਗਾਂਧੀ ਦੇ ਹੱਕ 'ਚ ਭੁਗਤ ਗਈ। 400 ਤੋਂ ਵੱਧ ਸੀਟਾਂ ਲੈ ਕੇ ਕਿਵੇਂ ਜਿੱਤ ਗਿਆ ਉਹ। BJP ਦੇ 2 ਹੀ MP ਰਹਿ ਗਏ, ਜਿਹਦਾ ਮਤਲਬ ਇਹ ਆ ਕਿ BJP ਦੀ ਸਾਰੀ ਵੋਟ ਕਾਂਗਰਸ ਨੂੰ ਸ਼ਿਫਟ ਹੋਈ। ਸੋ BJP ਦੀ ਸ਼ਮੂਲੀਅਤ ਤੋਂ ਇਹ ਕਿਵੇਂ ਇਨਕਾਰੀ ਹੋ ਸਕਦਾ? ਸਿਰਫ ਕਾਂਗਰਸ ਦੇ ਸਿਰ ਭਾਂਡਾ ਭੰਨ ਕੇ BJP ਨੂੰ ਬਰੀ ਕਰਨਾ, ਇਹ ਸਿਰੇ ਦੀ ਚਲਾਕੀ ਹੈ। ਫਿਰ ਵੇਖੋ, ਇੱਕ ਸਾਡੇ ਕੋਲ ਹੋਰ ਮਿਸਾਲ ਵੀ ਹੈ ਜਿਸ ਦੇ ਉੱਤੇ ਸਵਾਗਤ ਕਰਨ ਵਾਲੇ ਕਦੇ ਬੋਲੇ ਨਹੀਂ ਅੱਜ ਤੱਕ। ਨਾਨਾ ਜੀ ਦੇਸ਼ਮੁਖ RSS ਦਾ ਲੀਡਰ, ਜਿਸ ਨੇ 84 ਦੇ ਕਤਲੇਆਮ ਨੂੰ ਜਸਟੀਫਾਈ ਕੀਤਾ, ਉਸ ਨੂੰ ਇਸ ਸਰਕਾਰ ਨੇ ਭਾਰਤ ਦੇ ਕੇ ਨਵਾਜਿਆ ਸੀਗਾ। ਕੀ ਅਗਨੀਹੋਤਰੀ 'ਚ ਹਿੰਮਤ ਹੈ ਕਿ ਉਹ ਸੱਚਾਈ ਨੂੰ ਲੋਕਾਂ ਸਾਹਮਣੇ ਰੱਖੇ? ਫਿਰ ਜਿਸ ਤਰੀਕੇ ਨਾਲ ਬੇਹਯਾਈ ਦੇ ਨਾਲ ਫਿਲਮ ਵਿੱਚ ਇੱਕ ਪਾਸੜ ਫਿਲਮ ਵਿਖਾ ਕੇ ਕਸ਼ਮੀਰ ਫਾਈਲ 'ਚ ਸਾਰੇ ਕਸ਼ਮੀਰੀ ਮੁਸਲਮਾਨਾਂ ਨੂੰ ਬਦਨਾਮ ਕੀਤਾ ਗਿਆ, ਗਵਾਂਢੀ ਵੀ, ਕਿ ਸਾਰੇ ਦੇ ਸਾਰੇ ਵਿਸ਼ਵਾਸਯੋਗ ਨਹੀਂ। ਮਾਫ਼ ਕਰਨਾ ਕਿ ਇਹੋ ਜਿਹਾ ਬਹੁ ਗਿਣਤੀਵਾਦ ਤਾਂ ਦਿੱਲੀ ਵੇਲੇ ਵੀ ਲੋਕਾਂ ਨੇ ਵੇਖਿਆ, ਦਿੱਲੀ ਤੋਂ ਬਾਹਰ ਕਾਨਪੁਰ ਵੀ ਵੇਖਿਆ ਹੈ। ਹਿੰਮਤ ਦਿਖਾ ਦੇਵੇ ਕਿ ਸਾਰੇ ਦੇ ਸਾਰੇ ਹਿੰਦੂ ਗੁਆਂਢੀ ਸਣੇ, ਸਾਰਿਆਂ ਦੀ ਜਿਹੜਾ ਨੀਅਤ ਖਰਾਬ ਹੋ ਚੁੱਕੀ ਸੀ। ਸੋ ਕਹਿਣ ਦਾ ਮਤਲਬ ਸਿਰਫ ਇੱਕ ਫਿਰਕੇ ਨੂੰ ਨਿਸ਼ਾਨਾ ਬਣਾਉਣਾ। ਔਰ ਮੈਨੂੰ ਇਸ ਗੱਲ ਤੇ ਬਹੁਤ ਰਾਤ ਹੈ, ਜਿਹੜੇ ਲੋਕ ਬਹੁਤ ਖੁਸ਼ੀਆਂ ਮਨਾ ਰਹੇ ਇਸ ਗੱਲ ਨੂੰ ਲੈ ਕੇ, ਹਿੰਦੂ ਸਿੱਖ ਏਕਤਾ ਦੀ ਗੱਲ ਬਹੁਤ ਜ਼ਿਆਦਾ ਅੱਡੀਆਂ ਚੁੱਕ ਕੇ ਕਰਦੇ। ਹਿੰਦੂ ਸਿੱਖ ਏਕਤਾ ਤਾਂ ਸਿੱਖਾਂ ਦੇ ਮੂੰਹ 'ਚੋਂ ਵੈਸੇ ਨਹੀਂ ਨਿਕਲਣੀ ਚਾਹੀਦੀ ਇਹ ਸ਼ਬਦ। ਜਿਹੜਾ ਸਹੀ ਸਿੱਖ ਹੈ ਉਹ ਲੋਕ ਏਕਤਾ ਦੀ ਗੱਲ ਕਰੂਗਾ, ਬਿਲਕੁਲ ਸਰਬੱਤ ਦੇ ਭਲੇ ਦੀ ਗੱਲ ਕਰੂਗਾ। ਜੇ ਹਿੰਦੂ ਸਿੱਖ ਏਕਤਾ ਕਰ ਲੈਣ ਤੇ ਬਾਕੀ ਫਿਰਕੇ ਕਿੱਥੇ ਜਾਣ?
ਬਾਕੀ ਘੱਟ ਗਿਣਤੀ ਖੂਹ ਜਾ ਪੈਣ। ਇਹ ਸਾਰਾ ਕੁਝ RSS ਦਾ ਪ੍ਰੋਪੇਗੈਂਡਾ। ਔਰ ਸ਼ਰਮ ਦੀ ਗੱਲ ਕਿ ਜਿਹੜੇ 84 ਦੇ ਨਾਂ ਤੇ ਹੁਣ ਤੱਕ ਜਿਨ੍ਹਾਂ ਨੇ ਨਾਂ ਚਮਕਾਇਆ ਆਪਣਾ, ਸਿੱਖ ਲੀਡਰਾਂ ਦੀ ਮੈਂ ਗੱਲ ਕਰ ਰਿਹਾ, ਅੱਜ ਉਹ ਬੜੀ ਬੇਸ਼ਰਮੀ ਨਾਲ ਫਿਲਮ ਦਾ ਸਵਾਗਤ ਵੀ ਕਰ ਰਹੇ। ਸਰਸੇ ਵਰਗਾ ਤਾਂ ਕਹਿ ਰਿਹਾ ਅਸੀਂ ਪੈਸਾ ਵੀ ਲਾਵਾਂਗੇ ਤੇ ਫਿਲਮ ਬਣਾਓ। ਸੋ ਮਨਸ਼ਾ ਇਹੀ ਹੈ ਕਿ ਕਿਸ ਤਰੀਕੇ ਨਾਲ ਕਾਂਗਰਸ ਦਾ ਜਿਹੜਾ ਫਸਤਾ ਵੱਢ ਕੇ ਮੋਦੀ ਨੂੰ ਫਾਇਦਾ ਦਵਾਇਆ ਜਾਵੇ। ਇਸ ਖੇਡ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਜਿਹੜੇ ਕੱਲ੍ਹ ਤੱਕ ਦਲਜੀਤ ਦੋਸਾਂਝ 'ਤੇ ਇਤਰਾਜ਼ ਕਰ ਰਹੇ ਸੀ ਕਿ ਜਸਵੰਤ ਸਿੰਘ ਖਾਲੜਾ 'ਤੇ ਫਿਲਮ ਬਣਾ ਰਹੇ ਹੋ, ਸਾਨੂੰ ਜਵਾਬ ਦਿਓ, ਪੰਥਕ ਧਿਰਾਂ ਦੀ ਭੂਮਿਕਾ ਕਿਹੋ ਜਿਹੀ ਦਰਸਾਈ ਜਾਵੇਗੀ, ਅੱਜ ਉਹ ਕਿੱਥੇ ਨੇ? ਅੱਜ ਉਹ ਅਗਨੀਹੋਤਰੀ ਨੂੰ ਕਿਉਂ ਨਹੀਂ ਪੁੱਛਦੇ ਕਿ ਤੂੰ ਫਿਲਮ ਕਿਵੇਂ ਬਣਾ ਦੇਗਾ ਵਾਲੀ? ਜੇ ਬਣਾਵੇਂਗਾ ਸਾਨੂੰ ਦੱਸਿਆ ਜਾਵੇ ਕਿ ਫਿਲਮ 'ਚ ਕੀ ਦਿਖਾ ਰਹੇ ਹੋ। ਉਹਨਾਂ ਨੂੰ ਇਸ ਗੱਲ ਦੀ ਪਹਿਰੇਦਾਰੀ ਕਰਨੀ ਚਾਹੀਦੀ ਹੈ। ਮੈਂ ਨਹੀਂ ਕਹਿ ਰਿਹਾ ਕਾਂਗਰਸ ਨੂੰ ਤੁਸੀਂ ਬਰੀ ਕਰੋ, ਕਾਂਗਰਸ ਤਾਂ ਕਸੂਰਵਾਰ ਹੈ ਹੀ ਸੀ, ਬਿਲਕੁਲ ਸਰਕਾਰ ਉਹਨਾਂ ਦੀ ਸੀ, ਬਿਲਕੁਲ, ਪਰ ਉਸ ਸੰਬੰਧੀ ਕਿੰਨੀਆਂ ਫਿਲਮਾਂ ਬਣ ਚੁੱਕੀਆਂ ਜਿਹੜੀਆਂ ਉਹ ਸੱਚਾਈ ਨੂੰ ਉਜਾਗਰ ਕਰ ਚੁੱਕੀਆਂ। ਹਵਾएं ਵੀ ਬਣੀ ਹੋਈ ਹੈ, ਮਾਚਿਸ ਵੀ ਬਣੀ ਹੋਈ ਹੈ, 47 to 84 ਵੀ ਬਣ ਚੁੱਕੀ ਹੈ, ਅੰਮੂ ਵੀ ਬਣ ਚੁੱਕੀ ਹੈ। ਕਿਹੜੀ ਫਿਲਮ ਦਾ ਨਾਂ ਸੀ ਗਿਣਾਈ ਇੱਥੇ ਜੀ, ਕੁਛ ਨਾਂ ਦੀ ਫਿਲਮ ਬਣ ਚੁੱਕੀ ਹੈ। ਇਹਨਾਂ ਸਾਰੀਆਂ ਫਿਲਮਾਂ ਦੀਆਂ ਦਾਸਤਾਨਾਂ ਇਹ ਬਿਆਨ ਕਰਦੀਆਂ ਨੇ ਕਿ ਸਟੇਟ ਸਪਾਂਸਰਡ ਸੀ ਸਾਰਾ ਕੁਝ। ਪਰ ਜਿਹੜੀ ਬੇਸ਼ਰਮੀ ਨਾਲ ਇਹ ਸਾਰਾ ਕੁਝ ਗੇਮ ਖੇਡ ਰਹੇ ਆ ਸਿੱਖਾਂ ਨੂੰ ਭਰਮਾਉਣ ਦੀ ਖਾਤਰ। ਹੁਣ ਸਵਾਲ ਇਹ ਵੀ ਪੈਦਾ ਹੁੰਦਾ ਕਿ ਜਦੋਂ ਅਸੀਂ ਜੈਨੋਸਾਈਡ ਸ਼ਬਦ ਇੱਥੇ ਵਰਤਦੇ ਹਾਂ, ਹਾਂਜੀ, ਭਾਰਤ ਸਰਕਾਰ ਦੇ ਜਿਹੜੇ ਇੱਥੇ ਬੈਠੇ ਨੇ ਗੁਮਾਸ਼ਤੇ ਸਾਨੂੰ ਰੋਕਦੇ ਇਹ ਸ਼ਬਦ ਵਰਤਣ ਲਈ। ਤੁਸੀਂ ਤਾਂ ਕਸ਼ਮੀਰ ਫਾਈਲ 'ਤੇ ਸ਼ਰੇਆਮ ਜੈਨੋਸਾਈਡ ਸ਼ਬਦ ਇਸਤੇਮਾਲ ਕੀਤਾ ਕਸ਼ਮੀਰੀ ਪੰਡਤਾਂ ਵਾਸਤੇ। ਜੋ ਕਸ਼ਮੀਰੀ ਪੰਡਤਾਂ ਨਾਲ ਹੋਇਆ ਉਸ ਨੂੰ ਜੈਨੋਸਾਈਡ ਕਿਹਾ ਗਿਆ ਫਿਲਮ ਦੇ ਵਿੱਚ। ਕੀ ਅਗਨੀਹੋਤਰੀ ਹਿੰਮਤ ਕਰੂਗਾ ਕਿ ਇਸ ਫਿਲਮ 'ਚ ਵੀ ਜੈਨੋਸਾਈਡ ਦਾ ਸ਼ਬਦ ਇਸਤੇਮਾਲ ਕਰੇ? ਔਰ ਹੋ ਸਕਦਾ ਉਹ ਕਰ ਦੇਵੇ। ਸਿਰਫ ਇੰਨੀ ਜਿਹੀ ਗੱਲ ਨੂੰ ਲੈ ਕੇ ਆਪਾਂ ਜੇ ਝਗੜੇ ਪਾਉਣ ਲੱਗ ਪਈਏ, ਮੇਰਾ ਖਿਆਲ ਉਹ ਵੀ ਸਾਡੀ ਨਲਾਇਕੀ ਹੋਏਗੀ। ਸਾਨੂੰ ਇਹ ਸਾਰੇ ਪੱਖਾਂ ਨੂੰ ਬਰੀਕੀ ਨਾਲ ਵੇਖਣਾ ਪਊਗਾ ਕਿ ਅਸੀਂ 84 ਦੇ ਕੇਸ ਨੂੰ ਸ਼ੁਰੂ ਤੋਂ ਫੋਲੋ ਕਰਦੇ ਆ ਰਹੇ ਹਾਂ। ਕਿੱਥੇ ਬਦਮਾਸ਼ੀ ਹੋ ਗਈ ਸਾਨੂੰ ਪਤਾ। ਇਹ ਗੱਲ ਜਦੋਂ ਅਸੀਂ ਵਿਵੇਕ ਅਗਨੀਹੋਤਰੀ ਦੀ ਗੱਲ ਕਰਦੇ ਹਾਂ ਜਾਂ ਉਸ ਤੋਂ ਇਲਾਵਾ ਜਿਹੜੇ ਉਹ ਸਾਰੇ ਜਿਹੜੇ ਸਰਕਾਰੀ ਤੌਰ 'ਤੇ ਦਮਨ ਲਈ ਜ਼ਿੰਮੇਵਾਰ ਨੇ, ਉਹ ਕਿਵੇਂ ਲੇਖਕ ਜਾਂ ਚਿੰਤਕ ਅੱਜ ਕੱਲ੍ਹ ਦੇ ਕਈ ਫਿਲਮ ਡਾਇਰੈਕਟਰ ਸੱਚਾਈ ਨੂੰ ਲੁਕਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਉਸ ਦਾ ਪ੍ਰਮਾਣ ਆਪ ਖੁਦ ਅਗਨੀਹੋਤਰੀ ਨੇ ਦੇ ਦਿੱਤਾ, ਜਿਹੜੀ ਕਿ ਫਿਲਮ ਕਸ਼ਮੀਰ ਫਾਈਲ ਸੀ। ਪਰ ਦੂਸਰੇ ਪਾਸੇ ਅੱਜ ਜਦੋਂ 1984 ਬਾਰੇ ਫਿਲਮ ਬਣਾ ਰਿਹਾ ਹੈ ਤੇ ਜਿਸ ਏਜੰਡੇ ਨੂੰ ਲੈ ਕੇ ਉਹ ਇਸ ਮੈਦਾਨ ਦੇ ਵਿੱਚ ਉਸ ਦੇ ਵਿੱਚ ਕੋਈ ਦੋ ਰਾਵਾਂ ਨਹੀਂ। ਇਹ ਸਵਾਲ ਹੈ ਕਿ ਜੇ 1984 ਦੀ ਗੱਲ ਕਰਨੀ ਹੈ ਤਾਂ ਇੰਦਰਾ ਗਾਂਧੀ ਜਿਹੜੀ ਕਿ ਇਸ ਦਰਬਾਰ ਸਾਹਿਬ ਦੇ ਹਮਲੇ ਲਈ ਜ਼ਿੰਮੇਵਾਰ ਸੀ, ਦੋਸ਼ੀ ਸੀ, ਉਸ ਦੇ ਕਤਲ ਤੋਂ ਬਾਅਦ ਜੋ ਰਾਜੀਵ ਗਾਂਧੀ ਨੇ ਕਿਹਾ ਉਹੀ ਨਾਨਾ ਜੀ ਦੇਸ਼ਮੁਖ ਨੇ ਕਿਹਾ। ਪਰ ਰਾਜੀਵ ਗਾਂਧੀ ਨੂੰ ਕਾਂਗਰਸ ਸਰਕਾਰ ਨੇ ਭਾਰਤ ਰਤਨ ਦਿੱਤਾ, ਨਾਨਾ ਦੇਸ਼ਮੁਖ ਨੂੰ ਖੁਦ BJP ਨੇ ਭਾਰਤ ਰਤਨ ਦਿੱਤਾ। ਕੀ ਇਹ ਅਗਨੀਹੋਤਰੀ ਨਾਨਾ ਦੇਸ਼ਮੁਖ ਨੂੰ ਵੀ ਰਾਜੀਵ ਗਾਂਧੀ ਵਾਂਗੂ ਇਸ ਫਿਲਮ ਦੇ ਵਿੱਚ ਜ਼ਾਹਰ ਕਰੇਗਾ? ਨਹੀਂ ਕਰੇਗਾ। ਹੁਣ ਜਿਹੜੇ ਇਹੋ ਜਿਹੇ ਕਾਲਖ ਦੇ ਵਣਜਾਰੇ ਨੇ ਉਹਨਾਂ ਦੇ ਬਾਰੇ ਸੰਤ ਰਾਮ ਉਦਾਸੀ ਨੇ ਪਹਿਲਾਂ ਹੀ ਲਿਖ ਦਿੱਤਾ ਸੀ ਤੇ ਲੋਕ ਆਵਾਜ਼ ਦੇ ਵਿੱਚ ਜਿਹੜੀ ਉਹਨਾਂ ਨੇ ਗੱਲ ਕਹੀ ਸੀ, ਅੱਜ ਸਾਨੂੰ ਇਹ ਪਛਾਣਨ ਦੀ ਲੋੜ ਹੈ। ਉਹਨਾਂ ਦੀ ਇੱਕ ਨਜ਼ਮ ਜਿਹੜੀ ਹੈ ਬੜੀ ਕਾਬਲੇ ਤਾਰੀਫ ਸੀ, ਸੂਰਜ ਅਜੇ ਮਰਿਆ ਨਹੀਂ। ਉਹ 'ਚੋਂ ਚੰਦ ਸ਼ਬਦ ਸਨ। ਕਾਲਖ ਦੇ ਵਣਜਾਰਿਓ ਚਾਨਣ ਅਜੇ ਹਰਿਆ ਨਹੀਂ, ਉਹ ਕਿਰਨਾਂ ਦੇ ਕਾਤਲੋ ਸੂਰਜ ਅਜੇ ਮਰਿਆ ਨਹੀਂ। ਵਿਛੜੀਆਂ ਕੁਝ ਮਜਲਸਾਂ ਤੋਂ ਉੱਠ ਗਏ ਕੁਝ ਗਾਉਣ ਹੈ, ਪਰ ਸਮਾਂ ਹੈ ਸਮਝਦਾ ਸਦ ਸਮੇਂ ਦੀ ਲਾਉਣ ਹੋ। ਇਹ ਚਨਾ ਦੇ ਰੂਪ ਖਰਿਆ ਇਸ਼ਕ ਤਾਂ ਖਰਿਆ ਨਹੀਂ, ਸੂਰਜ ਕਦੇ ਮਰਿਆ ਨਹੀਂ। ਰਾਤ ਨੇ ਭਾਵੇਂ ਕਸਾਈਆਂ ਦੀ ਕਰੀ ਹੀ ਰੀਸ ਹੈ, ਉਹ ਕੀ ਜਾਣੇ ਤਲੀਆਂ ਤੇ ਵੀ ਉਗ ਖਲਾਉਂਦੇ ਸੀਸ ਹੈ। ਵਰਮੀਆਂ ਦੇ ਵਾਸ ਜਿਸ ਦਾ ਨਾਗ ਤੋਂ ਡਰਿਆ ਨਹੀਂ, ਸੂਰਜ ਅਜੇ ਮਰਿਆ ਨਹੀਂ। ਝਾਂਬਿਆਂ ਦੇ ਨਾਲ ਬੇਸ਼ੱਕ ਝੜ ਗਏ ਕੁਝ ਗੀਤ ਹੋ, ਸੰਗ ਸਿਰਾਂ ਦੇ ਸਿਤਕ ਦੀ ਪਰ ਉੜਕ ਨਿਭੀ ਪ੍ਰੀਤ ਹੋ। ਰਾਤ ਚੰਨ ਦੀ ਮੌਤ ਜਰਜੇ, ਸੂਰਜ ਤਾਂ ਠਰਿਆ ਨਹੀਂ, ਉਹ ਕਿਰਨਾਂ ਦੇ ਕਾਤਲੋ ਸੂਰਜ ਕਦੇ ਮਰਿਆ ਨਹੀਂ। ਇਹ ਸੰਤ ਰਾਮ ਉਦਾਸੀ ਨੇ ਜਿਹੜਾ ਹਲੂਣਾ ਦਿੱਤਾ ਹੈ, ਇਹ ਤਾਂ ਸੂਰਜ ਜਿਹੜੇ ਮਰ ਨਹੀਂ ਸਕਦੇ ਤੇ ਕਦੇ ਵੀ ਇਹ ਕਿਰਨਾਂ ਦੇ ਜਿਹੜੇ ਕਾਤਲ ਹੈ ਇਹ ਨਾ ਸੋਚਣ ਕਿ ਲੋਕ ਆਵਾਜ਼ ਨੂੰ ਉਹ ਦੱਬ ਲੈਣਗੇ। ਜਦੋਂ ਅੱਜ ਇੱਕ ਪਾਸੇ ਵਿਵੇਕ ਅਗਨੀਹੋਤਰੀ, ਇਹ ਸਵਾਲ ਹੈ ਕਿੰਨੇ ਹੋਰ ਪ੍ਰੋਡਿਊਸਰ, ਡਾਇਰੈਕਟਰ, ਲੇਖਕ, ਚਿੰਤਕ, ਬੁੱਧੀਜੀਵੀ ਸਮਾਜ ਦੇ ਵਿੱਚ ਵਿਚਰਦੇ ਨੇ, ਦੇਸ਼ ਵਿਦੇਸ਼ 'ਚ ਵਿਚਰਦੇ ਨੇ। ਹੁਣ ਕਿਸੇ ਗੱਲ ਨੂੰ ਕਾਟ ਕਰਨ ਦੇ ਵਾਸਤੇ ਅਸੀਂ ਉਸ ਨੁਕਤੇ ਤੋਂ ਦੇਖੀਏ ਤਾਂ ਤੁਹਾਨੂੰ ਕੀ ਆਸ ਵੱਝਦੀ ਹੈ ਕਿ ਉਦਾਸੀ ਦੇ ਜਨਮ ਦਿਨ 'ਤੇ ਇਹ ਗੱਲ ਅਸੀਂ ਜਦੋਂ ਕਰ ਰਹੇ ਹਾਂ ਕਿ ਸਾਡੇ ਸਮਾਜ ਦੇ ਵਿੱਚੋਂ ਇਹੋ ਜਿਹੇ ਲੋਕ ਹੋਰ ਉੱਠਣਗੇ, ਆਵਾਜ਼ ਬੁਲੰਦ ਕਰਨਗੇ? ਦੇਖੋ, ਮੈਨੂੰ ਤਾਂ ਉਮੀਦ ਹੈ ਉੱਠਣੇ ਚਾਹੀਦੇ ਆ। ਜਿਵੇਂ ਦਲਜੀਤ ਦੋਸਾਂਝ ਦੀ ਮਿਸਾਲ ਲੈ ਕੇ ਹਟਿਆ, ਖਾਲੜਾ ਸਾਹਿਬ 'ਤੇ ਫਿਲਮ ਆ ਰਹੀ ਹੈ, ਦਲਜੀਤ ਦੋਸਾਂਝ ਨੇ ਉਸ ਵਿੱਚ ਅਭਿਨੈ ਕਰਨਾ, ਉਹਨੂੰ ਲੈ ਕੇ ਰੌਲਾ ਪੈਣਾ ਸ਼ੁਰੂ ਹੋ ਗਿਆ। ਇੱਥੋਂ ਤੱਕ ਕਿ ਖਾਲੜਾ ਪਰਿਵਾਰ ਦੀ ਘੇਰਾਬੰਦੀ ਸ਼ੁਰੂ ਹੋ ਗਈ ਕਿ ਤੁਸੀਂ ਕੌਣ ਹੁੰਦੇ ਹੋ ਮੂਹਰੇ ਹੋ ਕੇ ਫਿਲਮ ਦੇ ਵਿੱਚ ਪਹਿਰੇਦਾਰੀ ਦੀ ਜ਼ਿੰਮੇਵਾਰੀ ਲੈਣ ਵਾਲੇ। ਇਹ ਸਾਰੇ ਪੰਥ ਦੀ ਜ਼ਿੰਮੇਵਾਰੀ ਬਣਦੀ ਕਿ ਖਾਲਿਸਤਾਨ ਮੂਵਮੈਂਟ ਬਾਰੇ ਕਿਹੋ ਜਿਹੀ ਉਸ ਵਿੱਚ ਪ੍ਰੋਜੈਕਸ਼ਨ ਹੋਵੇਗੀ।
ਪਰ ਅਗਨੀਹੋਤਰੀ ਵਾਲੇ ਮਾਮਲੇ ਤੋਂ ਬਾਅਦ ਮੈਂ ਵੇਖ ਰਿਹਾ ਕੋਈ ਇਹੋ ਜਿਹਾ ਰਿਐਕਸ਼ਨ ਮੈਂ ਨਹੀਂ ਨੋਟ ਕੀਤਾ। ਇਹ ਰਿਐਕਸ਼ਨ ਹੋਣਾ ਚਾਹੀਦਾ ਉਸ ਕਿਸਮ ਦਾ ਕਿ ਕੋਈ ਛੋਟਾ ਮੋਟਾ ਮਸਲਾ ਨਹੀਂਗਾ 84 ਦਾ। ਔਰ ਜਿਹੜਾ ਫਿਲਮ ਹੁਣੇ ਬਣਾ ਕੇ ਇੱਕ ਬੇਹੂਦੀ ਜਿਹੀ ਫਿਲਮ ਬਣਾ ਕੇ ਹਟਿਆ ਜਿਸ ਵਿੱਚ ਸ਼ਰੇਆਮ ਇੱਕ ਪਾਸੇ ਪ੍ਰਚਾਰ ਕੀਤਾ ਗਿਆ ਜੀ, ਸੰਘ ਦੇ ਹੱਕ 'ਚ ਪ੍ਰਚਾਰ ਕੀਤਾ ਗਿਆ, ਇੱਕ ਖਾਸ ਫਿਰਕੇ ਨੂੰ ਬਦਨਾਮ ਕੀਤਾ ਗਿਆ, ਉਸ ਨੂੰ ਸਵਾਲ ਕਰਨੇ ਬਣਦੇ ਕਿ ਤੂੰ ਇਹ ਫਿਲਮ ਬਣਾਉਣ ਦਾ ਹੁੰਦਾ ਕੌਣ ਹੈ? ਜੇ ਬਣਾ ਰਿਹਾ ਸਾਨੂੰ ਪਤਾ ਹੋਣਾ ਚਾਹੀਦਾ ਕਿ ਤੂੰ ਕੀ ਵਿਖਾਵੇਂਗਾ, ਕੀ ਹੈ ਹਿੰਮਤ ਉਹਦੇ 'ਚ ਜੋ ਗੱਲਾਂ ਆਪਾਂ ਨੁਕਤੇ ਉਭਾਰੇ ਨੇ ਉਸ ਬਾਰੇ ਗੱਲ ਕਰਨ ਦੀ। ਉਹ ਕਦੇ ਨਹੀਂ ਕਰੂਗਾ ਉਹ, ਕਿਉਂਕਿ ਉਸ ਦਾ ਮਹਿਕਮਾ ਹੀ ਹੈ ਨਹੀਂਗਾ, ਉਹ ਉਹਦੇ ਏਜੰਡੇ 'ਤੇ ਹੈ ਨਹੀਂ। ਉਹਦੇ ਏਜੰਡੇ 'ਤੇ ਦੋ ਤਿੰਨ ਮੋਟੀਆਂ ਗੱਲਾਂ ਹੋ ਸਕਦੀਆਂ ਕਿ ਸਿੱਖਾਂ ਨੂੰ ਕਿਵੇਂ ਨਾਲ ਜੋੜਨਾ। ਸਿੱਖਾਂ ਨੂੰ ਨਾਲ ਜੋੜਨ ਪਿੱਛੇ ਮਕਸਦ ਕੀ ਹੈ ਗੁਰਮਿੰਦਰ ਸਿੰਘ ਜੀ ਸਮਝਣਾ ਸਾਨੂੰ ਜ਼ਰੂਰੀ ਹੈ, ਕਿਉਂਕਿ ਉਹਨਾਂ ਨੂੰ ਪਤਾ ਕਿ ਅੱਜ ਕੱਲ੍ਹ ਫਿਲਮਾਂ ਦੀ ਮਾਰਕੀਟ ਵਿਦੇਸ਼ਾਂ ਵਿੱਚ ਬਹੁਤ ਚੱਲਦੀ ਹੈ। ਜੇ ਅਸੀਂ ਵਿਦੇਸ਼ਾਂ ਵਿੱਚ ਫਿਲਮ ਕਾਮਯਾਬ ਕਰਨੀ, ਸਿੱਖ ਭਾਈਚਾਰਾ ਜੇ ਸਾਡੇ ਨਾਲ ਖੜ੍ਹ ਜਾਏ ਤਾਂ ਉਹਦੇ ਫਾਇਦੇ ਹੀ ਫਾਇਦੇ। ਦੂਜਾ ਫਾਇਦਾ ਇਹ ਕਿ ਜੇ ਸਿੱਖ ਭਾਈਚਾਰੇ ਦੀ ਤੂਤੀ ਬੋਲਦੀ ਵਿਦੇਸ਼ਾਂ ਦੇ ਵਿੱਚ, ਜੇ ਉਹ ਸਾਡੇ ਨਾਲ ਖੜ੍ਹ ਗਏ ਇਸ ਨੁਕਤੇ ਤੋਂ ਕਿ 84 ਦੇ ਮਾਮਲੇ 'ਚ ਕਾਂਗਰਸ ਦੇ ਵਿਰੋਧ ਜਾਂ ਬੀਜੇਪੀ ਦੇ ਹੱਕ 'ਚ, ਅਗਨੀਹੋਤਰੀ ਦੇ ਹੱਕ 'ਚ, ਤਾਂ ਲੰਮੇ ਸਮੇਂ ਲਈ ਅਸੀਂ ਦੱਸ ਸਕਦੇ ਹਾਂ ਅੰਤਰਰਾਸ਼ਟਰੀ ਮੰਚ 'ਤੇ ਜਾ ਕੇ ਕਿ ਅਸੀਂ ਕੋਈ ਘੱਟ ਗਿਣਤੀਆਂ ਦੇ ਵਿਰੋਧੀ ਨਹੀਂ ਗਏ। ਆਹ ਵੇਖ ਲਓ ਸਿੱਖ ਸਾਡੇ ਨਾਲ ਨੇ, ਇਹ ਵੀ ਵਿਖਾਉਣਾ ਚਾਹੁੰਦੇ ਆ। ਪੰਜਾਬ ਦੀ 13 ਸੀਟਾਂ ਨੂੰ ਕੌਣ ਪੁੱਛਦਾ? ਵਿਦੇਸ਼ਾਂ ਵਿੱਚ ਸਿੱਖਾਂ ਦੀ ਜਿਹੜੀ ਉਹਨਾਂ ਦੀ 65 ਹੈ ਉਹ ਨਜ਼ਰ ਆਉਂਦੀ ਉਹਨਾਂ ਨੂੰ, ਉਹਨੇ ਕਮਰੇ ਤੇ ਹੈ ਨਹੀਂ ਗੇ ਜੀ। ਪਿੱਛੇ ਜੇ ਤੁਹਾਨੂੰ ਨੋਟ ਕੀਤਾ ਉਹਨਾਂ ਇੱਕ ਟ੍ਰੈਂਡ ਚੱਲ ਪਿਆ ਕਿ ਕਈ ਫਿਲਮਾਂ ਬਣੀਆਂ, ਸ਼੍ਰੋਮਣੀ ਕਮੇਟੀ ਤੋਂ ਮਨਜ਼ੂਰੀ ਲਈ ਗਈ, ਦਿਖਾਈ ਗਈ। ਹੁਣ ਜਿਵੇਂ ਮਿਸਾਲ ਤੌਰ 'ਤੇ ਸਿੰਘ ਇਜ਼ ਕਿੰਗ ਫਿਲਮ ਆਈ ਸੀ ਪਿੱਛੇ ਅਕਸ਼ੇ ਕੁਮਾਰ ਦੀ, ਲੋਕਾਂ 'ਚ ਭਰਮ ਪੈਦਾ ਕੀਤਾ ਗਿਆ ਕਿ ਫਿਲਮ ਨੂੰ ਮਨਜ਼ੂਰੀ ਅਸੀਂ ਦਵਾਈ ਹੈ ਜੀ ਸ਼੍ਰੋਮਣੀ ਕਮੇਟੀ ਤੋਂ ਜਾਂ ਸਿੱਖ ਪ੍ਰਚਾਰਕਾਂ ਤੋਂ। ਪਰ ਜੇ ਤੁਸੀਂ ਫਿਲਮ ਨੂੰ ਧਿਆਨ ਨਾਲ ਵੇਖੋ, ਵਿਸ਼ਾ ਵਸਤੂ ਵੇਖੋ, ਆਮ ਜਿਹੜੀਆਂ ਫਿਲਮਾਂ ਜਿਹਦੇ ਵਿੱਚ ਸਿੱਖਾਂ ਦੀ ਖਿੱਲੀ ਉਡਾਈ ਜਾਂਦੀ ਹੈ ਉਹ ਕੋਈ ਵੱਖਰੀ ਨਹੀਂ ਸੀ ਫਿਲਮ, ਪਰ ਉਸ ਨੂੰ ਇਗਨੋਰ ਕਰ ਦਿੱਤਾ ਗਿਆ ਕਿਉਂਕਿ ਮਨਜ਼ੂਰੀ ਲੈ ਲਈ ਗਈ ਸੀਗੀ। ਇਹੋ ਜਿਹੇ ਟਕਵਾਂਜ ਰਚ ਕੇ ਇਹ ਸਾਰੇ ਤਮਾਸ਼ੇ ਹੋ ਰਹੇ ਜੀ। ਲੋਕਾਂ ਨੂੰ ਪਹਿਰੇਦਾਰੀ ਕਰਨੀ ਪੈਣੀ ਹੈ। 84 ਦਾ ਮਸਲਾ ਕੋਈ ਖਾਲਾ ਦਾ ਬੜਾ ਨਹੀਂਗਾ, ਇੰਡੀਅਨ ਸਟੇਟ ਸਿੱਧੇ ਤੌਰ 'ਤੇ ਇਸ ਵਿੱਚ ਸ਼ਾਮਲ ਸੀਗਾ। ਕਾਂਗਰਸ ਤਾਂ ਸਿਰਫ ਪਾਰਟੀ ਸੀ ਜਿਹੜੀ ਰਾਜ ਕਰ ਰਹੀ ਸੀ, ਜਿਸ ਤੇ ਰੱਜ ਕੇ ਇਸ ਚੀਜ਼ ਦੀ ਅਗਵਾਈ ਕਰਦੇ ਸਾਰਾ ਕੁਝ ਕੀਤਾ। ਔਰ ਸ਼ਰਮਨਾਕ ਗੱਲ ਸੀ ਕਿ ਕਾਂਗਰਸ ਨੇ ਬੁਰਕਾ ਪਾਇਆ ਹੋਇਆ ਸੀ ਸੈਕੂਲਰਿਜ਼ਮ ਦਾ, ਪਰ ਜਿਨ੍ਹਾਂ ਲੋਕਾਂ ਨੂੰ ਖੁਸ਼ ਕਰਨ ਦੀ ਖਾਤਰ ਕਤਲੇਆਮ ਕੀਤਾ ਜਾ ਰਿਹਾ ਸੀ ਉਹ ਕੌਣ ਸੀਗੇ? ਉਹ ਉਹੀ ਸੀ ਅੱਜ ਜਿਹੜੇ ਸੱਤਾ 'ਚ ਬੈਠੇ ਨੇ ਜੀ। ਅਗਨੀਹੋਤਰੀ ਨੇ ਕਿਸਾਨ ਅੰਦੋਲਨ ਵੇਲੇ ਕੀ ਨਹੀਂ ਕੀਤਾ? ਅਗਨੀਹੋਤਰੀ ਨੇ ਟਵਿੱਟਰ ਦੇ ਉੱਤੇ ਕੰਗਨਾ ਰਣੌਤ ਤੇ ਉਹਨਾਂ ਸਾਰਿਆਂ ਨੇ ਇੱਕ ਢਾਣੀ ਜੀ ਬਣਾ ਕੇ ਕਿਸਾਨਾਂ ਨੂੰ, ਸਿੱਖ ਕਿਸਾਨਾਂ ਨੂੰ ਬਹੁਤ ਬਦਨਾਮ ਕੀਤਾ, ਉਹਨਾਂ ਨੂੰ ਖਾਲਿਸਤਾਨੀ ਤੱਕ ਵੀ ਕਿਹਾ ਗਿਆ। ਔਰ ਉਸ ਦੌਰ ਵਿੱਚ ਜਦੋਂ ਮੋਦੀ ਦਾ ਕਾਫਲਾ ਫਿਰੋਜ਼ਪੁਰ ਜਾਣ ਤੋਂ ਰੁਕ ਗਿਆ ਸੀਗਾ, 84 ਵਰਗੇ ਕਤਲੇਆਮ ਦੇ ਦੁਹਰਾਉਣ ਦੀ ਧਮਕੀਆਂ ਵੀ ਉਹਨਾਂ ਲੋਕਾਂ ਨੇ ਦਿੱਤੀਆਂ ਨੇ। ਸੋ ਕਿਹੜੇ ਮੂੰਹ ਨਾਲ ਇਹ 84 ਦਾ ਦਰਦ ਲਈ ਬੈਠੇ? 84 ਦੀ ਚੀਜ਼ ਦਾ ਡਰਾਮਾ ਕਿਹੜੀ ਗੱਲੋਂ ਕਰ ਰਹੇ? ਇਹ ਗੱਲਾਂ ਲੋਕਾਂ ਨੂੰ ਸੋਚਣੀਆਂ ਪੈਣਗੀਆਂ। ਇਹ ਕੁਝ ਨੁਕਤੇ ਨੇ। ਸੋ 84 ਦੇ ਮਸਲੇ ਉੱਤੇ ਕੋਈ ਇਹੋ ਜਿਹਾ ਵਿਅਕਤੀ ਆ ਕੇ ਕਵੇ ਜੀ ਮੈਂ ਫਿਲਮ ਬਣਾਉਣੀ ਹੈ, ਉਹਦੀ ਬਕਵਾਸ ਸੁਣਨ ਨਾ ਲਓ। ਤੁਸੀਂ ਪਹਿਲਾਂ ਉਹਨਾਂ ਲੋਕਾਂ ਦੀ ਗੱਲ ਸੁਣੋ ਜਿਹੜੇ ਨਿੱਠ ਕੇ ਕੰਮ ਕਰਦੇ ਆ ਰਹੇ ਹੁਣ ਤੱਕ। ਨਵਲਖੇ ਦੀ ਗੱਲ ਸੁਣੋ, ਉਸਦੇ ਕੀ ਲਿਖਿਆ ਸੀ ਹੂ ਆਰ ਦਾ ਗਿਲਟੀ ਵਿੱਚ, ਤਾਂ ਜੇਲ੍ਹ 'ਚ ਬੈਠਾ, ਔਰ ਉਹ ਵੀ ਬੀਜੇਪੀ ਦੀ ਸਰਕਾਰ ਦੇ ਹੁੰਦਿਆਂ ਜੇਲ੍ਹ 'ਚ ਬੈਠਾ ਜੀ। ਸਾਈ ਬਾਬਾ ਭਾਵੇਂ ਮਨਮੋਹਨ ਸਿੰਘ ਵੇਲੇ ਪਹਿਲੀ ਵਾਰ ਜੇਲ੍ਹ 'ਚ ਗਿਆ, ਗੌਤਮ ਨਵਲਖੇ ਦੀ ਗ੍ਰਿਫਤਾਰੀ ਤਾਂ ਮੋਦੀ ਸਰਕਾਰ ਵੇਲੇ ਹੋਈ ਹੈ, ਸੁਧਾ ਭਾਰਦਵਾਜ ਦੀ ਗ੍ਰਿਫਤਾਰੀ ਮੋਦੀ ਸਰਕਾਰ ਵੇਲੇ ਹੋਈ ਹੈ। ਔਰ ਇਹਨਾਂ ਦੋਨਾਂ ਦੀ ਜਥੇਬੰਦੀ ਨੇ ਰਲ ਕੇ ਹੂ ਆਰ ਦਾ ਗਿਲਟੀ ਨਾਂ ਦਾ ਕਿਤਾਬਚਾ ਕੱਢਿਆ ਸੀਗਾ। ਜੇ ਇਹਨਾਂ ਨੂੰ ਇੰਨਾ ਹੀ 84 ਦਾ ਦਰਦ ਹੈ ਤੇ ਫਿਰ ਨਵਲਖਾ ਜੇਲ੍ਹ 'ਚ ਕਿਉਂ ਬੈਠਾ? ਇਹ ਵੀ ਸਵਾਲ ਕੋ ਕਰੇ ਨਾ। ਫੂਲਕਾ ਸਾਹਿਬ ਕਿਉਂ ਨਹੀਂ ਸਵਾਲ ਕਰਦੇ? ਆਵਲਾ ਸਰਸਾ ਕਿਉਂ ਨਹੀਂ ਸਵਾਲ ਕਰਦਾ ਜੇ ਇਹਨਾਂ ਨੂੰ ਸਿੱਖਾਂ ਦਾ ਇੰਨਾ ਹੀ ਦਰਦ ਹੈ? ਸੋ ਸਾਨੂੰ ਥੋੜ੍ਹਾ ਜਿਹਾ ਸੋਚਣਾ ਪੈਣਾ ਕਿ ਇਹਦੇ ਪਿੱਛੇ ਗੇਮਾਂ ਕੀ ਚੱਲ ਰਹੀਆਂ ਜੀ। ਗੇਮ ਬਰੋਡਲੀ ਇਹੀ ਹੈ ਕਿ ਵਿਦੇਸ਼ਾਂ ਵਿੱਚ ਸਿੱਖਾਂ ਨੂੰ ਕਿਵੇਂ ਕੀਲਣਾ, ਕਿਵੇਂ ਜੋੜਨਾ। ਹੋ ਸਕਦਾ ਉਹ ਜੈਨੋਸਾਈਡ ਸ਼ਬਦ ਵੀ ਵਰਤ ਲੈਣ ਫਿਲਮ ਦੇ ਵਿੱਚ, ਕੋਈ ਵੱਡੀ ਗੱਲ ਨਹੀਂ, ਮੂੰਹ ਚੋਪੜਨ ਦੀ ਖਾਤਰ। ਪਰ ਸਾਨੂੰ ਸਿਰਫ ਇੰਨੀਆਂ ਛੋਟੀ ਰਿਆਇਤਾਂ ਲੈ ਕੇ ਖੁਸ਼ ਨਹੀਂ ਹੋਣਾ ਚਾਹੀਦਾ। ਸਾਨੂੰ ਵੇਖਣਾ ਚਾਹੀਦਾ ਕਿ ਸਾਡਾ ਦੁਸ਼ਮਣ ਕਿਸ ਰੂਪ 'ਚ ਕੰਮ ਕਰ ਰਿਹਾ ਔਰ ਕਿਵੇਂ ਕਰ ਰਿਹਾ। ਔਰ ਜਦੋਂ ਇਹ ਗੱਲਾਂ ਹੋਣਗੀਆਂ ਤਾਂ ਹੋ ਸਕਦਾ ਕਿ ਸਿੱਖ ਭਾਈਚਾਰੇ 'ਚ ਵੀ ਵੰਡੀਆਂ ਪੈ ਜਾਣ। ਹਿੰਦੂਆਂ ਸਿੱਖਾਂ ਜਾਂ ਸਿੱਖਾਂ ਮੁਸਲਮਾਨਾਂ ਵਿੱਚ ਤਾਂ ਪਾੜਾ ਪਾਉਣ ਲਈ ਇਹਨਾਂ ਨੇ ਸਾਰਾ ਕੁਝ ਕਰ ਲਿਆ। ਸਿੱਖਾਂ ਦੇ ਵਿੱਚ ਵੀ ਖਾਨਾ ਜੰਗੀ ਪੈਦਾ ਕਰਨ ਲਈ ਤਿਆਰ ਬੈਠੇ। ਹੁਣ ਮਿਸਾਲ ਤੌਰ 'ਤੇ ਜਿਹੜੇ ਖਾਲਿਸਤਾਨੀ ਨੇ, ਉਹਨਾਂ ਨੂੰ ਅਗਨੀਹੋਤਰੀ ਨਾਲ ਕੋਈ ਲੈਣਾ ਦੇਣਾ ਹੈ ਨਹੀਂਗਾ। ਉਹਨਾਂ ਨੂੰ SH-84 ਨਾਲ ਵੀ ਕੋਈ ਲੈਣਾ ਦੇਣਾ ਹੈ ਨਹੀਂ। ਉਹਨਾਂ ਦੀ ਵੱਡੀ ਲੜਾਈ ਹੈ ਇੱਕ ਵੱਖਰਾ ਰਾਜ ਕਾਇਮ ਕਰਨਾ। ਉਹਨਾਂ ਦੇ ਭਾਣੇ ਤਾਂ ਖਾਲਿਸਤਾਨ ਦੀ ਨੀਂਹ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਰੱਖਤੀ ਸੀਗੀ ਉਹਨਾਂ ਦੇ ਪੁਆਇੰਟ ਆਫ ਵਿਊ ਤੋਂ। ਉਹ ਤਾਂ ਇਹ ਕਹਿੰਦੇ ਕਿ 47 ਤੋਂ ਸਾਡੇ ਨਾਲ ਧੱਕੇ ਹੁੰਦੇ ਆ ਰਹੇ, 84 ਤੋਂ ਬਾਅਦ ਦੀ ਗੱਲ ਆ। ਸੋ ਜ਼ਾਹਿਰਾ ਤੌਰ 'ਤੇ ਉਹਨਾਂ ਨੇ ਜਦੋਂ ਵਿਰੋਧ ਕਰਨਾ ਇਹੋ ਜਿਹੇ ਪ੍ਰੋਜੈਕਟ ਦਾ, ਤਾਂ ਜਿਹੜੇ ਬਾਕੀ ਦੇ ਸਿੱਖਾਂ ਨੂੰ ਇੱਕ ਪਾਸੇ ਕਰਕੇ ਬੀਜੇਪੀ ਇੱਕ ਲੜਾਈ ਖੜੀ ਕਰ ਸਕਦੀ ਕਮਿਊਨਿਟੀ ਦੇ ਵਿੱਚ। ਇਸ ਨੂੰ ਸਮਝਣਾ ਵੀ ਬਹੁਤ ਜ਼ਰੂਰੀ ਹੈ। ਅਸਲ 'ਚ ਜਦੋਂ ਅਸੀਂ ਇਹਨਾਂ ਦੁਖਾਂ ਦੇ ਘਟਨਾਕ੍ਰਮ ਨੂੰ ਜਾਂ ਮੌਜੂਦਾ ਹਾਲਾਤ ਨੂੰ ਬਿਆਨ ਕਰਦੇ ਹਾਂ, ਉਸ ਦੇ ਵਿੱਚ ਸਵਾਲ ਬੜੇ ਨੇ। ਪਹਿਲੀ ਗੱਲ ਤਾਂ ਇਹ ਹੈ ਕਿ ਜਦੋਂ ਇੱਕ ਚੰਗੇ ਮਹਾਨ ਕਿਸੇ ਸ਼ਾਇਰ ਸੰਤ ਰਾਮ ਉਦਾਸੀ ਉਹਨਾਂ ਦੀ ਗੱਲ ਕਰ ਰਹੇ ਹਾਂ ਤਾਂ ਬਹੁਤ ਸਾਰੇ ਸਾਡੇ ਸਾਹਮਣੇ ਪੱਖ ਨਜ਼ਰ ਆਉਂਦੇ ਨੇ ਕਿ ਅੱਜ ਜੋ ਉਹਨਾਂ ਦੇ ਵਿਚਾਰਾਂ ਦੀ ਪ੍ਰਸੰਗਿਕਤਾ ਕਿੰਨੀ ਜ਼ਿਆਦਾ ਹੈ। ਅੱਜ ਦੇ ਹਾਲਾਤ ਉਸ ਤੋਂ ਵੀ ਮਾੜੇ ਨੇ। ਉਹਨਾਂ ਨੇ ਨਕਸਲਾਈਟ ਮੂਵਮੈਂਟ ਬਾਰੇ ਲਿਖਿਆ ਜਾਂ 1984 ਕਤਲੇਆਮ ਬਾਰੇ ਲਿਖਿਆ,
ਜਾਂ ਉਸ ਦੇ ਦੌਰਾਨ ਹੀ ਜਿਹੜਾ ਹੈ ਸਰਕਾਰੀ ਦਮਨ ਬਾਰੇ ਇੱਥੋਂ ਤੱਕ ਵੀ ਲਿਖ ਦਿੱਤਾ ਕਿ ਜੇ ਭਗਤ ਸਿੰਘ ਦੀ ਮਾਤਾ ਨੂੰ ਪੰਜਾਬ ਮਾਤਾ ਦਾ ਖਿਤਾਬ ਦਿੱਤਾ ਜਾਂਦਾ ਤਾਂ ਉਸ ਨੂੰ ਰੱਦ ਕੀਤਾ ਜਾਏ। ਪਰ ਅੱਜ ਕਿਸ ਤਰ੍ਹਾਂ ਦਾ ਮਾਹੌਲ ਹੈ? ਅੱਜ ਜਿਹੜੇ ਸਾਡੇ ਜਿਨ੍ਹਾਂ 'ਚੋਂ ਅਸੀਂ ਬੜੇ ਮਹਾਨ ਵਿਅਕਤੀਆਂ ਦੀ ਗੱਲ ਕਰਦੇ ਹਾਂ, ਜੇ 1984 ਦੀ ਗੱਲ ਵੀ ਕਰੀਏ ਤਾਂ ਉਹਨਾਂ 'ਚੋਂ ਕਈਆਂ ਨੂੰ ਪਦਮ ਸ਼੍ਰੀ ਦੇ ਪੁਰਸਕਾਰ ਦੇ ਕੇ ਸਰਕਾਰ ਨੇ ਆਪਣੇ ਨਾਲ ਬੰਨ੍ਹ ਲਿਆ, ਕਈਆਂ ਨੂੰ ਕਿਸੇ ਤਰ੍ਹਾਂ ਦਾ ਇਹੋ ਜਿਹਾ ਲਾਲਚ ਦੇ ਕੇ ਉਹਨਾਂ ਦੀ ਜ਼ਮੀਰ ਖਰੀਦ ਲਈ। ਅਤੇ ਜਾਂ ਤਾਂ ਸਵਾਦ ਇਹ ਸੀ ਕਿ ਜੇ ਉਹਨਾਂ ਨੂੰ ਕੁਛ ਸਤਿਕਾਰ ਮਿਲਿਆ ਉਸ ਦੇ ਬਾਵਜੂਦ ਉਹ ਦੁਬਾਰਾ ਵੱਧ ਬੋਲਦੇ, ਸਵਾਦ ਆਉਂਦਾ ਇਸ ਗੱਲ ਦਾ, ਸਰਕਾਰ ਨੂੰ ਕਟਹਿਰੇ 'ਚ ਖੜਾ ਕਰਦੇ। ਪਰ ਉਹਨਾਂ ਨੇ ਉਸ ਦੇ ਬਾਅਦ ਹਾਂ 'ਚ ਹਾਂ ਮਿਲਾਉਣੀ ਸ਼ੁਰੂ ਕਰ ਦਿੱਤੀ, ਜੋ ਕਿ ਮਾੜੀ ਰੁਝਾਨ ਸੀ। ਸੰਤ ਰਾਮ ਉਦਾਸੀ ਵੀ ਲਾਲ ਕਿਲ੍ਹੇ 'ਤੇ ਗਏ, ਉਹਨਾਂ ਨੇ ਵੀ ਕਵਿਤਾਵਾਂ ਪੜ੍ਹੀਆਂ, ਪਰ ਗੱਲ ਇਹ ਕਹੀ ਹੈ ਕਿ ਲਾਲ ਕਿਲ੍ਹੇ 'ਤੇ ਜਾ ਕੇ ਵੀ ਦਿੱਲੀਏ ਦਿਆਲਾ ਦੇਖ ਕਵਿਤਾ ਉੱਥੇ ਪੜ੍ਹੀ ਜਾਂ ਉੱਥੇ ਜਾ ਕੇ ਵੀ ਆਵਾਜ਼ ਬੁਲੰਦ ਕੀਤੀ। ਪਰ ਅੱਜ ਦੇ ਸਾਡੇ ਲੇਖਕ ਕਿੱਥੇ ਕੁ ਤੱਕ ਜਾਗਰੂਕ ਨੇ, ਇਹ ਗੱਲ ਸੋਚਣ ਵਾਲੀ ਹੈ। ਜਦੋਂ ਅਸੀਂ ਆਮ ਇਹ ਦੇਖਦੇ ਹਾਂ ਦੇਸ਼ ਵਿਦੇਸ਼ ਦੇ ਵਿੱਚ ਕਿ ਸੰਤ ਰਾਮ ਉਦਾਸੀ ਦਾ ਕੋਈ ਨਾ ਕੋਈ ਮਸ਼ਹੂਰ ਕਵਿਤਾ, ਕੋਈ ਸ਼ਬਦ, ਉਹਨਾਂ ਦਾ ਦੋਹਾ ਕੋਈ ਪੜ੍ਹ ਕੇ ਆਮ ਵਿਅਕਤੀ ਜਿਹੜਾ ਗੱਲਾਂ ਬਾਤਾਂ ਛੇੜ ਲੈਂਦਾ, ਉਹ ਇਹ ਨਹੀਂ ਦੇਖਦਾ ਕਿ ਮੈਂ ਕਿੱਥੇ ਖੜ੍ਹਾ। ਉਹਨੂੰ ਇਸ ਗੱਲ ਦਾ ਜਵਾਬ ਜੇਕਰ ਕੋਈ ਪੁੱਛੇ ਕਿ ਤੇਰੀ ਆਪਣੀ ਲਿਖਤ ਕਿਹੋ ਜਿਹੀ ਹੈ, ਤੂੰ ਕਿੱਥੇ ਖੜ੍ਹਾ, ਤੇਰਾ ਕੀ ਫਰਜ਼ ਬਣਦਾ, ਤਾਂ ਉਹਨਾਂ ਕੋਲ ਕੋਈ ਜਵਾਬ ਨਹੀਂ ਹੁੰਦਾ। ਅੱਜ ਦੌਰ ਹੀ ਇਸ ਤਰ੍ਹਾਂ ਦਾ ਚੱਲ ਪਿਆ ਜਿਸ ਦੇ ਵਿੱਚ ਮੌਜੂਦਾ ਸਮੇਂ ਲੇਖਕ ਵਰਗ ਦੀ ਗਿਰਾਵਟ ਹੈ ਜਿਹੜੀ ਉਹ ਦੇਖਣ ਨੂੰ ਮਿਲਦੀ ਹੈ। ਸੋ ਜਿਵੇਂ ਅਸੀਂ ਇਹਨਾਂ ਗੱਲਾਂ ਨੂੰ ਅੱਜ ਦੇਖਦੇ ਹਾਂ ਕਿ ਇਹਨਾਂ ਦਿਨਾਂ 'ਚ ਵੀ ਸੈਲੀਬ੍ਰੇਸ਼ਨ ਜਨਮ ਦਿਨ ਦਾ ਜਾਂ ਕੁਛ ਨਾ ਕੁਛ ਹੁੰਦਾ ਰਹੇਗਾ, ਪਰ ਅਸਲ ਨੁਕਤਾ ਕੀ ਹੈ, ਕੀ ਕਹਿਣਾ ਚਾਹੋਗੇ? ਅਸਲ ਨੁਕਤਾ ਇਹ ਹੈ ਕਿ ਜਿਵੇਂ ਜਿਹੜੀ ਪਾਰਖੂ ਅੱਖ ਨਾਲ ਉਦਾਸੀ ਨੇ ਸਿਸਟਮ ਵਿਚਲੀਆਂ ਊਣਤਾਈਆਂ ਦੀ ਨਿਸ਼ਾਨਦੇਹੀ ਕੀਤੀ ਆ ਜੀ, ਉਹ ਸਾਡੇ ਲਈ ਅਹਿਮ ਚੀਜ਼ ਆ। ਸਾਨੂੰ ਵੀ ਉਸ ਤਰ੍ਹਾਂ ਦੀ ਪਾਰਖੂ ਅੱਖ ਜਿਹੜੀ ਆ ਉਸ ਦਾ ਵਿਕਾਸ ਕਰਨਾ ਚਾਹੀਦਾ। ਜੇ ਸਾਡੇ ਕੋਲ ਉਹ ਅੱਖ ਹੀ ਹੈ ਨਹੀਂ, ਅਸੀਂ ਉਸ ਨੁਕਤੇ ਤੋਂ ਫੜ ਹੀ ਨਹੀਂ ਸਕਦੇ, ਅਸੀਂ ਉਸ ਬਿੰਦੂ 'ਤੇ ਨਹੀਂ ਆ ਸਕਦੇ, ਤੇ ਫਿਰ ਲਿਖਣ ਦਾ ਵੀ ਕੀ ਫਾਇਦਾ ਹੋਇਆ ਜੀ। ਸੋ ਕਲਮ ਘੜੀਸਣਾ ਬਣੀਏ ਆਪਣਾ, ਸਾਡੀ ਕਲਮ ਲੋਕਾਂ ਦੇ ਹੱਕ 'ਚ ਭੁਗਤਦੀ ਨਾ ਭੁਗਤ ਕੇ ਲੋਕਾਂ ਦੇ ਹੱਕ 'ਚ ਭੁਗਤਦੀ ਹੈ, ਇਹਦਾ ਫੈਸਲਾ ਹੋਣਾ ਜ਼ਰੂਰੀ ਹੈ ਜੀ। ਇਹਦੇ ਲਈ ਸਵੈ ਪੜਚੋਲ ਕਰੋ, ਇਹੀ ਬੇਨਤੀ। ਬਹੁਤ ਸ਼ੁਕਰੀਆ ਗੁਰਪ੍ਰੀਤ ਸਿੰਘ ਜੀ, ਤਹਿ ਦਿਲੋਂ ਧੰਨਵਾਦ ਤੁਹਾਡਾ। ਅਖੀਰ 'ਚ ਸੰਤ ਰਾਮ ਉਦਾਸੀ ਹੋਰੀ ਜੋ ਲਿਖ ਕੇ ਗਏ, ਅੱਜ ਜੋ ਅਰਬਨ ਨਕਸਲੀ ਵਰਗੇ ਸ਼ਬਦ ਵਰਤਣ ਵਾਲੇ ਅਗਨੀਹੋਤਰੀ ਜਾਂ ਇਹੋ ਜਿਹੀ ਢਾਣੀ ਨੂੰ ਬਹੁਤ ਕਰਾਰਾ ਜਵਾਬ ਹੈ। ਅਤੇ ਆਪਣੇ ਵਾਰਸਾਂ ਨੂੰ ਜੋ ਉਹਨਾਂ ਨੇ ਕਿਹਾ ਉਹ ਲਫ਼ਜ਼ਾਂ ਦੇ ਨਾਲ ਗੱਲਬਾਤ ਸਮੇਟਾਂਗੇ। ਮੇਰੀ ਮੌਤ 'ਤੇ ਨਾ ਰੋਇਓ, ਮੇਰੀ ਸੋਚ ਨੂੰ ਬਚਾਇਓ, ਮੇਰੀ ਮੌਤ 'ਤੇ ਨਾ ਰੋਇਓ, ਮੇਰੀ ਸੋਚ ਨੂੰ ਬਚਾਇਓ, ਮੇਰੇ ਲਹੂ ਦਾ ਕੇਸਰ ਰੇਤੇ 'ਚ ਨਾ ਰੁਲਾਇਓ, ਮੇਰੀ ਵੀ ਜ਼ਿੰਦਗੀ ਕੀ ਬਸ ਬੂਰ ਸਰਕੜੇ ਦਾ, ਆਹਾਂ ਦਾ ਸੇਕ ਕਾਫੀ ਤੀਲੀ ਬੇਸ਼ੱਕ ਨਾ ਲਾਇਓ, ਹੋਣਾ ਨਹੀਂ ਮੈਂ ਚਾਹੁੰਦਾ ਸੜਕੇ ਸੁਆਹ ਅਕੇਰਾ, ਜਦ ਜਦ ਢਲੇਗਾ ਸੂਰਜ ਕਣ ਕਣ ਮੇਰਾ ਜਲਾਇਓ, ਵਲਗਣ ਦਾ ਕੈਦ ਹੋਣਾ, ਵਲਗਣ 'ਚ ਕੈਦ ਹੋਣਾ, ਮੇਰੇ ਨਹੀਂ ਮੁਆਫਕ ਯਾਰਾਂ ਦੇ ਵਾਂਗ ਅਰਥੀ ਸੜਕਾਂ 'ਤੇ ਹੀ ਜਲਾਇਓ, ਜੀਵਨ ਤੇ ਮੌਤ ਤਾਈਂ ਆਉਂਦੇ ਬੜੇ ਚੁਰਾਹੇ, ਜਿਸ ਦਾ ਹੈ ਪੰਧ ਬਿਖੜਾ ਉਸੇ ਹੀ ਰਾਹ ਲਿਜਾਇਓ, ਮੇਰੀ ਮੌਤ 'ਤੇ ਨਾ ਰੋਇਓ, ਮੇਰੀ ਸੋਚ ਨੂੰ ਬਚਾਇਓ, ਮੇਰੇ ਲਹੂ ਦਾ ਕੇਸਰ ਰੇਤੇ 'ਚ ਨਾ ਰੁਲਾਇਓ, ਮੇਰੇ ਲਹੂ ਦਾ ਕੇਸਰ ਰੇਤੇ 'ਚ ਨਾ ਰੁਲਾਇਓ। ਆਪ ਸਮੂਹ ਦਰਸ਼ਕਾਂ ਦਾ ਹਾਰਦਿਕ ਸ਼ੁਕਰੀਆ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।